ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸ ਤਰੋ ਤਰਾ ਪਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਹੈ ਦੋਹਰਾ ਗਣਪੁੱਤਰ ਲਿਖਾਇਓ ਦੂਤ ਹਾਥ ਤਤਕਾਲ ਪਠਾਇਓ ਆਗੇ ਸਤਿਗੁਰ ਸੁਣ ਸੁਧ ਸਾਰੀ ਕਰੀ ਜੁਦ ਕੀ ਸਭ ਬਿਰ ਤਿਆਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਕਿ ਜਦੋਂ ਪਹਾੜੀ ਲੋਕ ਬਹੁਤੇ ਹੀ ਭੀਮ ਚੰਦ ਕੋਲ ਖਾਲਸਾ ਪੰਥ ਦੀਆਂ ਸ਼ਿਕਾਇਤਾਂ ਲਾਉਣ ਲੱਗੇ ਤੇ ਰਾਜਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਚੋਂ ਕੱਢੀਏ, ਫਿਰ ਸਾਡਾ ਰਾਜ ਬਚਦਾ। ਪਰ ਫੌ ਕੋਈ ਪੈਂਦਾ ਨਹੀਂ, 3-4 ਲੜਾਈਆਂ ਕਰਕੇ ਦੇਖ ਲੀਆਂ, ਹਾਰ ਜਾਂਦੇ ਆ। ਅਖੀਰ ਦੁਖੀ ਹੋਇਆਂ ਨੇ ਸੈਂਟਰ ਸਰਕਾਰ ਕੋਲ ਜਾ ਕੇ ਰੋਣਾ ਕੀਤਾ। ਦਿੱਲੀ ਸਰਕਾਰ ਔਰੰਗਜ਼ੇਬ ਦੇ ਸੂਬੇਦਾਰ ਕੋਲ ਜਾ ਕੇ ਰੋਇਆ। ਇਹ ਸਾਰੇ ਇਕੱਠੇ ਹੋ ਕੇ ਵੀ ਸਾਡੀ ਰਕਸ਼ਾ ਕਰੋ, ਜੇ ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਦਬਦਬਾ ਨਾ ਪਾਇਆ ਤਾਂ ਤੁਹਾਡੇ ਵੀ ਰਾਜ ਨੂੰ ਖਤਰਾ ਹੋ ਜਾਣਾ ਹੈ। ਫਿਰ ਇਹ ਸਲਾਹ ਕਰਦੇ ਆ ਵੀ ਪਹਿਲਾਂ ਆਪਾਂ ਹੀ ਜ਼ੋਰ ਲਾ ਕੇ ਦੇਖਦੇ ਹਾਂ ਸਾਰੇ ਪਹਾੜੀਆਂ ਦੀ ਆਪਣੀ ਜਿਹੜੀ ਹੈ ਫੌਜ ਇਕੱਠੀ ਕਰਕੇ। ਔਰ ਇਹਨਾਂ ਨੇ ਸਾਰੇ ਪਹਾੜੀਆਂ ਦੀ ਫੌਜ ਵੀ ਇਕੱਠੀ ਕਰ ਲਈ ਹੈ, ਸੈਂਟਰ ਤੋਂ ਵੀ ਮਦਦ ਮੰਗ ਲਈ ਹੈ। ਸੂਬੇਦਾਰ ਨੇ ਔਰੰਗਜ਼ੇਬ ਦੱਖਣ ਵੱਲ ਗਿਆ ਸੀ, ਉਹਨੂੰ ਚਿੱਠੀ ਪਾ ਦਿੱਤੀ ਆ ਲਿਖ ਕੇ ਬਈ ਇੱਦਾਂ ਪਹਾੜੀ ਇਲਾਕੇ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਫਤੂਰ ਮਚਾਇਆ ਹੋਇਆ, ਲੜਾਈਆਂ ਕੀਤੀਆਂ। ਔਰੰਗਜ਼ੇਬ ਵੀ ਫੌਜ ਭੇਜੇਗਾ, ਪਰ ਉਸ ਤੋਂ ਪਹਿਲਾਂ ਇਹ ਪਹਾੜੀਏ ਦੇਖਦੇ ਆਪਣਾ ਜ਼ੋਰ ਅਜ਼ਮਾਈ ਕਰਕੇ ਵੀ ਸ਼ਾਇਦ ਅਸੀਂ ਜਿੱਤ ਜਾਈਏ। ਸਾਰੇ ਇਕੱਠੇ ਹੋ ਕੇ ਸਾਰੇ ਪਹਾੜੀ ਇਲਾਕਿਆਂ ਦੀ 22 ਧਾਰ ਦੇ ਰਾਜਿਆਂ ਦੀ ਫੌਜ ਇਕੱਠੀ ਕਰ ਲਈ ਹੈ, ਲੱਖਾਂ ਦੀ ਗਿਣਤੀ ਵਿੱਚ। ਅਤੇ ਗੁਰੂ ਪਿਆਰਿਓ, ਫਿਰ ਇਹਨਾਂ ਨੇ ਤਿਆਰੀ ਕਰਕੇ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਆ। ਥੋੜ੍ਹੀ ਦੂਰੀ 'ਤੇ ਰੁਕ ਕਰਕੇ ਇੱਕ ਚਿੱਠੀ ਲਿਖਦੇ ਨੇ, ਔਰ ਚਿੱਠੀ ਵਿੱਚ ਪਾਤਸ਼ਾਹ ਜੀ ਨੂੰ ਅਨੇਕਾਂ ਤਰ੍ਹਾਂ ਦੇ ਬਚਨ ਲਿਖਦੇ ਹਨ, ਜਿਨ੍ਹਾਂ ਵਿੱਚ ਕਿਤੇ ਦਬਕਾ ਮਾਰਿਆ ਅਤੇ ਕਿਤੇ ਗੁਰੂ ਪਿਆਰਿਓ ਬੇਨਤੀ ਕਰਦੇ ਹੈ। ਇਹ ਵਿਚਾਰਾਂ ਆਪਾਂ ਪਿਛਲੇ ਦਿਨੀ ਸਰਵਣ ਕਰ ਰਹੇ ਸੀ। ਉਹ ਚਿੱਠੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਪਹੁੰਚਦੀ ਹੈ।
ਸੂਈਆਂ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਪਾਤਸ਼ਾਹ ਪਹਾੜੀਆਂ ਦਾ ਟਿੱਡੀ ਦਲ ਆਪਣੇ ਤੇ ਚੜ੍ਹਾਈ ਕਰਕੇ ਆ ਰਿਹਾ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਕਿਹੜਾ ਫਿਰ ਚੁੱਪ ਕਰਕੇ ਬੈਠੇ ਹਾਂ। ਪਾਤਸ਼ਾਹ ਜੀ ਨੇ ਪਹਿਲੇ ਤਿਆਰੀ ਕੀਤੀ ਹੋਈ ਹੈ। ਪਿਛਲੇ ਦਿਨੀ ਆਪਾਂ ਸਰਵਣ ਕਰ ਰਹੇ ਸੀ ਕਿਸ ਤਰ੍ਹਾਂ ਰਾਜਾ ਜਿਹੜਾ ਹੈ ਪਾਤਸ਼ਾਹ ਜੀ ਨੂੰ ਅਨੇਕਾਂ ਤਰ੍ਹਾਂ ਦੇ ਬਚਨ ਕਹਿੰਦਾ, ਹੁਣ ਤੱਕ ਅਸੀਂ ਕੁਛ ਕੀਤਾ ਨਹੀਂ, ਤੁਸੀਂ ਸਾਡੇ ਪਹਾੜੀਆਂ ਨੂੰ ਲੁੱਟ-ਕੁੱਟ ਲੈਂਦੇ ਹੋ, ਪਰ ਹੁਣ ਅਸੀਂ ਤੁਹਾਡੇ 'ਤੇ ਹਮਲਾ ਕਰਾਂਗੇ। ਤੁਹਾਡਾ ਪਿਤਾ ਜਿਵੇਂ ਚੁੱਪ ਕਰਕੇ ਟਾਈਮ ਪਾਸ ਕਰ ਗਿਆ, ਤੁਸੀਂ ਵੀ ਇੱਦਾਂ ਟਾਈਮ ਪਾਸ ਕਰੋ ਔਰ ਸਾਨੂੰ ਹਾਲਾ ਮਾਮਲਾ ਵੀ ਦੇਣਾ ਕਰੋ। ਤੁਹਾਡਾ ਪਿਤਾ ਦਿੰਦਾ ਰਿਹਾ, ਪਿਤਾ ਨੇ ਕੋਈ ਹਾਲਾ ਮਾਲਤਾ, ਵੈਸੇ ਜ਼ਮੀਨ ਮੁੱਲ ਖਰੀਦੀ ਹੈ ਪੈਸੇ ਦੇ ਕੇ। ਧੰਨ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਕੀ ਜਵਾਬ ਦਿੰਦੇ ਆ, ਇਹ ਵਿਚਾਰਾਂ ਅੱਜ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਇਹ ਚਿੱਠੀ ਉਹਨਾਂ ਦੇ ਬੰਦਿਆਂ ਨੇ ਲੈ ਕੇ ਆਂਦੀ, ਪਾਤਸ਼ਾਹ ਨੇ ਸਾਰੀ ਸੰਗਤ ਦੇ ਵਿੱਚ ਪੜ੍ਹ ਕੇ ਉੱਚੀ ਸੁਣਾਉਣੀ ਕੀਤੀ ਆ ਔਰ ਇਹਦੀ ਚਿੱਠੀ ਦਾ ਜਵਾਬ ਗੁਰੂ ਸਾਹਿਬ ਕੀ ਦਿੰਦੇ ਆ, ਇਹ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਭੀਮ ਚੰਦ ਕੀ ਲਿਖਦਾ ਹੈ, ਆਓ ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੁਰੂ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜਗ ਕੀ ਰੀਤ ਪਿਆਨਾ, ਜਿਸ ਮੈਂ ਨਿਤ ਬਿਹਾਰ ਬਿਦ ਨਾਨਾ। ਔਰ ਚਿੱਠੀ 'ਚ ਲਿਖਦਾ ਕਿ ਤੁਸੀਂ ਜੰਗਾਂ ਦਾ ਖਿਆਲ ਛੱਡ ਦਿਓ। ਜੰਗਾਂ ਦੇ ਵਿੱਚ ਭਿਆਨਕ ਜਿਹੜਾ ਹੈ ਸਮਾਂ ਬਣ ਜਾਂਦਾ ਹੈ, ਲੋਕ ਮਾਰੇ ਜਾਂਦੇ ਹਨ, ਦੁੱਖ ਪੈਦਾ ਹੁੰਦੇ ਹਨ। ਆਪਣੇ ਪਿਤ ਸਮਾਨ ਬਣ ਰਹੀ ਹੈ, ਸੰਗਤ ਤੇ ਅਪੋਰ ਗਣ ਰਹੀ ਹੈ। ਇਹਨੂੰ ਇਹ ਨਹੀਂ ਪਤਾ ਗੁਰੂ ਦਾ ਬਿੱਤ ਹੈ ਕਿੱਡਾ ਵੱਡਾ, ਇਹ ਛੋਟਦਾ ਕਿ ਇਹਨਾਂ ਦਾ ਛੋਟਾ ਜਿਹਾ ਬਿੱਤ ਹੈ, ਥੋੜ੍ਹੇ ਜਿਹੇ ਲੋਕ ਆਉਂਦੇ ਆ, ਥੋੜ੍ਹੀ ਜਿਹੀ ਸੰਗਤ ਆਉਂਦੀ ਹੈ। ਇਹ ਕਹਿੰਦਾ ਆਪਣੀ ਚਾਦਰ ਦੇ ਵਿੱਚ ਹੀ ਪੈਰ ਰੱਖੋ, ਬਾਹਰ ਨਾ ਕੱਢੋ, ਆਪਣੇ ਬਿੱਤ ਮੁਤਾਬਕ ਰਹੋ ਔਰ ਆਪਣੀਆਂ ਸੰਗਤਾਂ ਤੋਂ ਜਿਹੜਾ ਹੈ ਮਾਇਆ ਲੈਂਦੇ ਰਹੋ, ਭੇਟਾਵਾਂ ਲੈਂਦੇ ਰਹੋ ਜੀ। ਆਪਕੋ ਦਰਬ ਖਰਬ ਪ੍ਰਾਤ ਦੀਜੈ, ਹੋਏ ਸੁਖਵਾਸੀ ਸਮਾਬਤੀ ਜੈ। ਔਰ ਨਾਲੇ ਸਾਨੂੰ ਹਾਲਾ ਮਾਮਲਾ ਦਿਆ ਕਰੋ, ਹਰ ਸਾਲ ਹਮਕੋ ਦਰਬ ਬਰਖ ਪ੍ਰਤੀ ਦੀਜੈ, ਹਰ ਸਾਲ ਤੁਹਾਡੇ ਵੱਡੇ ਹਾਲਾ ਮਾਮਲਾ ਦਿੰਦੇ ਰਹੇ ਨੇ, ਸਾਨੂੰ ਹਾਲਾ ਮਾਮਲਾ ਦਿਆ ਕਰੋ ਜੇ ਸੁੱਖ ਨਾਲ ਸਾਡੇ ਇਲਾਕੇ 'ਚ ਵਸਣਾ ਹੈ। ਨਾਹੇ ਤਾਂ ਛੋੜੋ ਭੂਮ ਹਮਾਰੀ, ਗਮਨ ਕਰੋ ਜਾਏ ਇਛ ਤੁਮਾਰੀ। ਨਹੀਂ ਤਾਂ ਇਹ ਸਾਡਾ ਇਲਾਕਾ ਹੈ, ਪਹਾੜੀ ਇਲਾਕਾ ਆਨੰਦਪੁਰ ਸਾਹਿਬ ਜਿੱਥੇ ਤੁਸੀਂ ਵਸਾਇਆ ਹੈ, ਇਹਨੂੰ ਛੱਡ ਕੇ ਜਿੱਥੇ ਮਰਜ਼ੀ ਚਲੇ ਜਾਓ ਜੀ। ਆਪ ਪਹੁੰਚਿਓ ਮੈਂ ਨਿਕਟ ਤੁਮਾਰੇ, ਚਮੋ ਸਮੂਹ ਮਿਲੇ ਨਿਰਪ ਸਾਰੇ। ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤੇ ਮੈਂ ਫੌਜ ਲੈ ਕੇ ਆ ਰਿਹਾ, ਫਿਰ ਸਾਰੇ ਰਾਜੇ ਤੇ ਸਾਰੀ ਫੌਜ ਇਕੱਠੀ ਹੋ ਕੇ ਤੁਹਾਡੇ ਤੇ ਹਮਲਾ ਕਰਾਂਗੇ। ਤੇਰਾ ਸਕਲ ਕੱਢ ਦੇ ਹੋ ਬਾਹਰ, ਬਿਨਾ ਬਿਲੰਬ ਜਾਨੀਆ ਹੈ ਜਾਹਰ। ਕਹਿੰਦਾ ਅਸੀਂ ਤੁਹਾਡੇ ਤੋਂ ਸਭ ਕੁਝ ਖੋਹ ਲੈਣਾ ਹੈ ਤੇ ਬਿਨਾਂ ਦੇਰ ਲਾਇਆ ਤੁਹਾਨੂੰ ਆਨੰਦਪੁਰ ਸਾਹਿਬ ਚੋਂ ਕੱਢ ਦੇਣਾ ਹੈ। ਰਾਜਨ ਕੋ ਲਿਖਾ ਸੁਨਾਇਓ, ਸਤਿਗੁਰ ਹਿਰਦਾ ਕ੍ਰੋਧ ਬਿਰਧਾਇਓ। ਇਉਂ ਰਾਜਿਆਂ ਦੀ ਲਿਖੀ ਹੋਈ ਚਿੱਠੀ ਜਦ ਪੜ੍ਹ ਕੇ ਸੁਣਾਉਣੀ ਕੀਤੀ, ਮੇਰੇ ਪ੍ਰੀਤਮ ਦੇ ਅੰਦਰ ਰਾਜਿਆਂ ਦੇ ਪ੍ਰਤੀ ਗੁੱਸਾ ਵੱਧ ਗਿਆ ਹੈ ਜੀ। ਉਦਰ ਲਿਖ ਕੇ ਸਵਣ ਸੁਨਾਵਣ, ਧਨ ਉੱਚੀ ਪ੍ਰਭ ਕੀਨ ਬਤਾਵਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਦੀਵਾਨ ਨੂੰ ਦੱਸਦੇ ਹਨ, ਭਾਈ ਨੰਦ ਚੰਦ ਹੋਰਾਂ ਨੂੰ ਲਿਖੋ ਜਵਾਬ ਇਹਨਾਂ ਦੀ ਚਿੱਠੀ ਦਾ, ਜੋਸ਼ ਵਿੱਚ ਆ ਕੇ ਦੋਹੇਰਾ। ਸ੍ਰੀ ਕਲਗੀਧਰ ਗਜ ਕੈ ਮੇਘ ਮਨਿੰਦ ਬਿਲੰਦ, ਉਤਰ ਦੇਉ ਲਿਖਾਏ ਕਰ ਸ਼ੋਕ ਦੇਨ ਰਿਪ ਬ੍ਰੰਦ। ਸਤਿਗੁਰਾਂ ਦੇ ਤਾਂ ਬਚਨਾਂ ਵਿੱਚ ਹੀ ਐਸਾ ਜੋਸ਼ ਹੈ, ਜਫਰਨਾਮੇ ਦੇ ਨਾਲ ਸੁਣਦਾ ਹੀ ਉਹ ਰੰਗ ਜੇ ਮਰ ਗਿਆ। ਤੇ ਪਾਤਸ਼ਾਹ ਕਹਿੰਦੇ ਲਿਖ ਨੰਦ ਚੰਦ ਚਿੱਠੀ, ਜਵਾਬ ਦੇ ਇਸ ਨੂੰ, ਔਰ ਤਾਂ ਕਿ ਦੁਸ਼ਮਣਾਂ ਦੇ ਘਰ ਵਿੱਚ ਸ਼ੋਕ ਪੈ ਜਾਵੇ ਜੀ। ਸੁਣਿਆ ਹੈ ਭੀਮ ਚੰਦ ਅਭਿਮਾਨੀ, ਸਭ ਰਾਜਨ ਸਨ ਦੇਹੋ ਬਖਾਨੀ। ਔਰ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ, ਅੱਗੇ ਸੁਣ ਓਏ ਭੀਮ ਚੰਦ ਹੰਕਾਰੀਆ,
ਆ ਸਾਡੀ ਚਿੱਠੀ ਸਾਰੇ ਰਾਜਿਆਂ ਨੂੰ ਸੁਣਾ ਦੇਈ। ਆਪਦੇ ਨਾਮ ਚਾਹੇ ਲੈਬੋ ਖੜਗ ਧਾਰ ਸੋ ਕਰ ਹੈ ਦੇਬੋ। ਜੇ ਤੂੰ ਸਾਥੋਂ ਮਾਮਲਾ ਪੈਸਾ ਲੈਣਾ ਚਾਹੁੰਦਾ ਤੇ ਤਲਵਾਰ ਦੀ ਧਾਰ ਨਾਲ ਬਿੰਨ ਕੇ ਦੇਵਾਂਗੇ ਤੈਨੂੰ। ਤੋਮਰ ਤੀਰਣ ਸੰਗਣਿਆਨੀ ਇਨ ਤਾ ਦਹੋ ਭੇਦੋ ਮਣੀ। ਔਰ ਤੂੰ ਕੀ ਸੋਚਦਾ ਸਾਡੇ ਚੂੜੀਆਂ ਪਾਈਆਂ ਤੋਮਰ ਨੇਜਿਆਂ ਬਰਸ਼ੀਆਂ ਤੀਰਾਂ ਕਮਾਨਾਂ ਦੇ ਨਾਲ ਸਾਂਗਾਂ ਦੇ ਨਾਲ ਤੇਰੀ ਫੌਜ ਨੂੰ ਬਿੰਨ ਕੇ ਰੱਖ ਦਿਆਂਗੇ। ਸਲਗਤ ਫੰਗਣ ਵਰਖਾ ਗੁਜਗਣ ਇਨ ਤੇ ਪਰਖਣ ਕਰ ਧਨ ਅਣਗਣ। ਔਰ ਜਦੋਂ ਬੰਦੂਕਾਂ ਦੀਆਂ ਗੋਲੀਆਂ ਛਲਕਾਂ ਭਾਵ ਇਕੱਠੀਆਂ ਬੰਦੂਕਾਂ ਚੱਲੀਆਂ ਨਾ ਗਿਣ ਲਈ ਫਿਰ ਸਾਡੇ ਕੋਲੇ ਤੇਰੇ ਵਾਸਤੇ ਇਹੋ ਹੀ ਮਾਇਆ ਹੋਵੇਗੀ। ਕੂੜ ਅਜਾਣ ਨਾ ਤੁਮ ਸਮ ਕੋਈ ਚਾਹ ਦਰਬ ਲਿਓ ਸਨਮੁਖ ਹੋਈ। ਤੇਰੇ ਵਰਗਾ ਕਿਹੜਾ ਮੂਰਖ ਹੋ ਸਕਦਾ ਹੈ ਜਿਹੜਾ ਪੈਸੇ ਚਾਹੁੰਦਾ ਹੋਵੇ ਤੇ ਨਾਲੇ ਲੜਨ ਨੂੰ ਤਿਆਰ ਹੋਵੇ। ਬਜਾ ਲੋਹ ਸੋ ਲੋਹ ਜੁਝਾਰੇ ਬਿਹੋ ਪਰਖ ਤਬ ਦਾਮ ਕਰਾ। ਆ ਜਾ ਜੰਗ ਦੇ ਮੈਦਾਨ 'ਚ ਹੀ ਢਾਲਾਂ ਨਾਲ ਗਿਣ ਕੇ ਦੇਵਾਂਗੇ ਤੈਨੂੰ ਪੈਸਾ ਪਰਖਦੇ ਆ ਤੈਨੂੰ। ਕੌਣ ਸਨੇਹ ਰਹਿਓ ਅਬ ਤੈਸੋ ਕਰਬੋ ਚਾਹ ਧਿਆਨ ਕਰੋ ਸੋ। ਸਮਾਰ ਕੇ ਪਰਖ ਕੇ ਲੈ ਜੀ ਚਾਂਦੀ ਦੇ ਰੁਪਈਏ। ਚਾਂਦੀ ਦੇ ਰੁਪਈਏ ਨੂੰ ਸੁਨਿਆਰ ਕਿਵੇਂ ਪਰਖਦਾ ਹੈ? ਉਹ ਆਪਣੇ ਗੂਠੇ ਤੇ ਰੱਖ ਕੇ ਇਦਾਂ ਭੜਕਾਉਂਦਾ ਹੈ। ਜੇ ਉਹਦੀ ਤਿੱਖੀ ਆਵਾਜ਼ ਨਿਕਲੇ ਤਾਂ ਉਹ ਖੋਟਾ ਹੁੰਦਾ ਹੈ ਤੇ ਜੇ ਉਹਦੀ ਬਹੁਤ ਮੱਧਮ ਆਵਾਜ਼ ਆਵੇ ਤੇ ਫਿਰ ਉਹ ਖਰਾ ਹੁੰਦਾ ਹੈ। ਕਹੋ ਸਤਨਾਮ। ਇਹਨੂੰ ਕਹਿੰਦੇ ਆ ਪਰਖਣਾ। ਉਹ ਗੂਠੇ ਦੇ ਰੁਪਈਆ ਚਾਂਦੀ ਦਾ ਮਲਕਾ ਵਾਲਾ ਰੱਖ ਕੇ ਇਦਾਂ ਭੜਕਾਉਂਦਾ। ਜਦੋਂ 9 ਵੱਜ ਕੇ ਖੜਕਾ ਹੁੰਦਾ ਉਹਦੇ ਵਿੱਚੋਂ ਉਹ ਖੜਕਾ ਜੇ ਤਿੱਖਾ ਜਿਹਾ ਹੋਵੇ ਤਾਂ ਫਿਰ ਉਹ ਅੱਧਾ ਖੋਟਾ ਅੱਧਾ ਖਰਾ ਹੁੰਦਾ ਹੈ। ਜੇ ਉਹਦੇ 'ਚੋਂ ਆਵਾਜ਼ ਨਾ ਆਵੇ ਤੇ ਫਿਰ ਨਿਰੀ ਚਾਂਦੀ ਹੁੰਦੀ ਹੈ। ਚਾਂਦੀ ਦੀ ਆਵਾਜ਼ ਬਹੁਤ ਘੱਟ ਆਉਂਦੀ ਹੈ। ਜਦੋਂ ਧਾਤਾਂ ਮਿਲ ਜਾਂਦੀਆਂ ਫਿਰ ਆਵਾਜ਼ ਬਣਦੀ ਹੈ। ਜਿਵੇਂ ਘੜਿਆਲ ਦੀ ਆਵਾਜ਼ ਤਾਂ ਬਣਦੀ ਹੈ ਇਹ ਕਈ ਧਾਤਾਂ ਮਿਲਾ ਕੇ ਬਣਾਈ ਹੁੰਦੀ ਹੈ। ਖੈਰ ਪਾਤਸ਼ਾਹ ਕਹਿੰਦੇ ਤੈਨੂੰ ਦੇਵਾਂਗੇ ਚਾਂਦੀ ਦੇ ਰੁਪਈਏ ਤੂੰ ਪਰਖ ਕੇ ਲੈ ਜੀ ਸਾਡੇ ਕੋਲੋਂ। ਕੌਣ ਸਨੇਹ ਰਹਿਓ ਅਬ ਤੈਸੋ ਕਰਬੋ ਚਾਹ ਧਿਆਨ ਕਰੋ ਸੋ। ਆ ਜਾ ਜੋ ਕਰਨਾ ਕਰ ਲਾ। ਤੇਰੇ ਨਾਲ ਕੋਈ ਸਾਡਾ ਹੁਣ ਪਿਆਰ ਪ੍ਰੀਤ ਨਹੀਂ ਰਿਹਾ ਜੀ। ਆਤਮਾ ਸਮਝੋ ਬਨੀ ਜੈ ਸੰਨਿਆਸਿਆਨੋ ਪਰੋ ਸਰਣ ਆਵੋ ਬਚ ਮਾਨੋ। ਨਹੀਂ ਤਾਂ ਸਿਆਣਾ ਬਣ ਮੇਰੀ ਗੱਲ ਮੰਨ ਸੁੱਧਾ ਹੋ ਕੇ ਸ਼ਰਨ ਪੈ ਜਾ। ਉਹ ਕਹਿੰਦਾ ਨਾ ਮੈਂ ਤੈਨੂੰ ਕੱਢ ਦਿਆਂਗਾ। ਗੁਰੂ ਸਾਹਿਬ ਕਹਿੰਦੇ ਜੇ ਬਚਨਾ ਤੇ ਸ਼ਰਨ 'ਚ ਆ ਜਾ ਮਾਫੀ ਮੰਗ ਲੈ ਇਹਨਾਂ ਚਿੱਠੀ ਦੇ ਬਚਨਾਂ ਦੀ ਤੇ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਅਸੀਂ ਕੀ ਕਰਾਂਗੇ। ਜੋਗ ਲੋਕਨ ਕੇ ਸੁਖ ਕੋ ਲਈ ਹੈ ਸ਼ਰਨ ਖਾਲਸੇ ਕੀ ਪਦ ਰਹੀ ਹੈ। ਜੇ ਤੁਸੀਂ ਪਹਾੜੀਓ ਖਾਲਸੇ ਦੀ ਸ਼ਰਨ ਵਿੱਚ ਰਹੋਗੇ ਤੇ ਦੋਹਾਂ ਲੋਕਾਂ ਦੇ ਸੁੱਖ ਮਿਲ ਸਕਦੇ ਹਨ। ਜੋ ਸ਼ਰਨ ਆਵੇ ਤਿਸ ਕੰਠ ਲਗਾਵੇ। ਜੇ ਤੁਸੀਂ ਖਾਲਸਾ ਪੰਥ ਦੀ ਸ਼ਰਨ ਵਿੱਚ ਰਹੋਗੇ ਨਿਮਰਤਾ 'ਚ ਰਹੋਗੇ ਤਾਂ ਸੁੱਖ ਪਾਓਗੇ। ਹੱਥ ਹੰਕਾਰ ਸ਼ੋਰ ਮਨ ਮਦੇ ਮਿਲੋ ਆਣ ਕਰ ਵੈ ਬੁੱਧ ਸੁਦੇ। ਦਿਮਾਗ ਨੂੰ ਟਿਕਾਣੇ ਕਰਕੇ ਬੁੱਧ ਸੁੱਧੇ ਕਰਕੇ ਦਿਮਾਗ ਨੂੰ ਟਿਕਾਣੇ ਕਰਕੇ ਔਰ ਮਨ ਵਿੱਚੋਂ ਹੰਕਾਰ ਕੱਢ ਕੇ ਆ ਕੇ ਮਿਲ ਸਾਨੂੰ ਜੇ ਬਚਣਾ ਚਾਹੁੰਦਾ। ਗੁਰ ਘਰ ਤੇ ਚਾਹੋ ਸੋ ਪਾਵੋ ਰਾਜ ਸਮਾਦ ਭੜੇ ਬਿਰਦਾਵੋ। ਜੇ ਤੂੰ ਸ਼ਰਨ ਵਿੱਚ ਆਵੇਂ ਨਿਮਰਤਾ ਨਾਲ ਆਵੇਂ ਤਾਂ ਤੇਰਾ ਰਾਜ ਭਾਗ ਹੋਰ ਵੱਧ ਸਕਦਾ ਹੈ। ਸਾਚੇ ਸਹਿਵਾ ਕਿਆ ਨਹੀਂ ਘਰ ਤੇਰਾ ਇੱਥੋਂ ਸਭ ਕੁਝ ਮਿਲਦਾ ਪਰ ਪ੍ਰੇਮ ਦੇ ਨਾਲ। ਜੇ ਬਮਾਨ ਅਦਿਕ ਤਵ ਮਨ ਮੈਂ ਬਾਂਛਤ ਮੇਲ ਕਰਿਓ ਚਹਰਨ ਮੈਂ। ਜੇ ਤੈਨੂੰ ਭਾਈ ਬਹੁਤਾ ਹੀ ਹੰਕਾਰ ਹੈ ਕਿ ਜੰਗ ਦੇ ਮੈਦਾਨ ਵਿੱਚ ਮਿਲਣਾ ਹੀ ਹੈ ਤੇ ਫਿਰ ਆ ਜਾ। ਕਰਮ ਨਿੰਦ ਗੁਰੂ ਘਰ ਹੈ ਹਿਰਦੈ ਭਾਵਨਾ ਤਿਮ ਫਲ ਲਹਿ। ਇਹ ਗੁਰੂ ਨਾਨਕ ਦਾ ਘਰ ਤਾਂ ਸ਼ੀਸ਼ੇ ਵਰਗਾ ਹੈ। ਇੱਥੇ ਜਿਹੋ ਜਿਹਾ ਕੋਈ ਸੋਚ ਕੇ ਆਵੇਗਾ ਉਹੋ ਜਿਹਾ ਹੀ ਮੂੰਹ ਉਹਨੂੰ ਦਿਖਾ ਦਿੱਤਾ ਜਾਵੇਗਾ। ਕੋ ਸਤਨਾਮ ਸੀ। ਜੋ ਸ਼ਰਨ ਆਵੇ ਤਿਸ ਕੰਠ ਲਗਾਵੇ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ। ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਦਿਲ ਦੇ ਵਿੱਚ ਕੋਈ ਐਸੀ ਬੁਰੀ ਭਾਵਨਾ ਲੈ ਕੇ ਆਉਣੇ ਹੋ ਤੇ ਗੁਰੂ ਜਾਣਦਾ ਨਹੀਂ। ਜਿਹੜੇ ਅੱਜ ਤੱਕ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਚੜ੍ਹ ਕੇ ਆਏ ਨਾ ਤੇ 154 ਦਿਨਾਂ ਤੋਂ ਬਾਅਦ ਉਹ ਦੁਨੀਆ 'ਚ ਰਹੇ ਨਹੀਂ ਮੁੜ ਕੇ। ਕੋ ਸਤਨਾਮ ਸੀ। ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅੱਜ ਤੱਕ ਵਰਤਮਾਨ ਦੇ ਰਾਜਿਆਂ ਤੱਕ
ਇਸ ਕਰਕੇ ਜਿਹੜਾ ਜਿਹੋ ਜੀ ਭਾਵਨਾ ਲੈ ਕੇ ਗੁਰੂ ਘਰ ਆਉਂਦਾ ਹੈ, ਗੁਰੂ ਉਹਨੂੰ ਉਹੋ ਜੀ ਭਾਵਨਾ ਦਾ ਮੂੰਹ ਉਸ ਨੂੰ ਦਿਖਾ ਦਿੰਦਾ ਹੈ। ਇਹ ਗੁਰੂ ਨਾਨਕ ਦਾ ਘਰ ਸ਼ੀਸ਼ੇ ਦੀ ਨਿਆਈ ਸਾਫ਼ ਹੈ। ਸੇਵਕ ਬਣ ਅਣਕ ਸੁਖ ਪਾਏ, ਕਰਿਓ ਨਵੈਸ ਦੇ ਕ੍ਰੋਧ ਉਪਾਏ। ਜੇ ਤੂੰ ਸੇਵਕ ਬਣ ਕੇ ਆਵੇਂਗਾ ਤੇ ਤੈਨੂੰ ਬਹੁਤ ਸੁੱਖ ਮਿਲ ਸਕਦੇ ਹੈ। ਜੇ ਤੂੰ ਲੜਾਈ ਕਰਨ ਆਵੇਂਗਾ ਫਿਰ ਤੈਨੂੰ ਕ੍ਰੋਧ ਹੀ ਪ੍ਰਾਪਤ ਹੋਵੇਗਾ ਸਾਡੇ ਕੋਲੋਂ। ਜੋ ਮਗ ਮੈਂ ਪਗ ਧਰੋ ਉਤਾਲੇ, ਨਹਿ ਪੀਵੋ ਜਲ ਬੈਠ ਸੁਖਾਲੇ। ਜਿਹੜਾ ਤੂੰ ਈਰਖਾ ਕਰਕੇ ਗੁਰੂ ਘਰ ਤੇ ਸਾਡੇ ਤੇ ਕ੍ਰੋਧ ਕਰ ਰਿਹਾ, ਸਾਡੇ ਸਿੰਘਾਂ ਤੇ ਸਾਡੇ ਤੇ, ਤੋ ਮਗ ਮੈਂ ਪਗ ਧਰੋ ਉਤਾਲੇ, ਫਿਰ ਛੇਤੀ ਆ ਜਾ, ਟਾਈਮ ਨਾ ਲਾ। ਉਹ ਕਹਿੰਦਾ ਅਸੀਂ ਆ ਰਹੇ ਹਾਂ। ਚਿੱਠੀ 'ਚ ਲਿਖਦਾ ਪਾਤਸ਼ਾਹ ਚਿੱਠੀ ਦਾ ਜਵਾਬ ਲਿਖਵਾ ਰਹੇ ਨੇ, ਛੇਤੀ ਆ ਜਾ। ਅਸੀਂ ਵੀ ਤਿਆਰ ਬੈਠੇ ਹਾਂ ਫਿਰ ਇਸ ਕੰਮ ਲਈ ਵੀ। ਔਰ ਨਹਿ ਪੀਵੋ ਜਲ ਬੈਠ ਸੁਖਾਲੇ, ਹੁਣ ਤੂੰ ਕਿਤੇ ਪਾਣੀ ਨਾ ਪੀ, ਭਾਵ ਟਾਈਮ ਨਾ ਲਾ, ਛੇਤੀ ਆ ਜਾ। ਰਹਿਣ ਬਸਨ ਕੀ ਹਵਾ ਤੁਹਿਆਨ, ਢੇਰੋ ਰਣ ਕਸ ਮਨ ਆਣ। ਔਰ ਤੈਨੂੰ ਰਾਤ ਰਹਿਣ ਦੀ ਕਸਮ ਹੈ, ਭਾਵ ਹੁਣ ਤੂੰ ਤੁਰ ਪਿਆ ਤਾਂ ਰੁਕਣਾ, ਛੇਤੀ ਆ ਜਾ, ਰਾਤ ਨਾ ਕੱਟੀ ਰਾਹ 'ਚ, ਹੁਣ ਛੇਤੀ ਆ ਜਾ, ਤੈਨੂੰ ਕਸਮ ਹੈ ਰਾਤ ਕਿਧਰੇ ਕੱਟਣ ਦੀ। ਹੇਰੋ ਰਨ ਕਮਸਾਨੇ ਆਣ, ਜੰਗ ਦੇ ਮੈਦਾਨ 'ਚ ਆ ਕੇ ਮਿਲ ਫਿਰ। ਜਿਵੇਂ ਉਤਰ ਲਿਖ ਪ੍ਰਭੂ ਪਠਾਇਓ, ਨਿਕਟ ਗਇਓ ਨਿਰਪ ਖੋਲ ਸੁਨਾਇਓ। ਉਹੀ ਰਾਜੇ ਦਾ ਜਿਹੜਾ ਬੰਦਾ ਚਿੱਠੀ ਲੈ ਕੇ ਆਇਆ ਸੀ ਉਹਨੂੰ ਜਵਾਬ ਲਿਖ ਕੇ ਦੇ ਦਿੱਤਾ, ਜਾ ਲੈ ਜਾ ਭੀਮ ਚੰਦ ਕੋਲ। ਔਰ ਜਾ ਕੇ ਭੀਮ ਚੰਦ ਨੂੰ ਚਿੱਠੀ ਦਿੱਤੀ ਹੈ। ਚਿੱਠੀ ਖੋਲ ਕੇ ਸਾਰਿਆਂ ਨੂੰ ਸੁਣਾਉਣੀ ਕਰਦਾ ਹੈ ਜੀ। ਸੁਣ ਕਰ ਤਨ ਮਨ ਲਾਗ ਸਿਆਗ, ਸਹਿ ਨਾ ਸਕਿਓ ਮਨ ਮੂੜ ਤੁਕਪ ਭਾਗ। ਔਰ ਇਹ ਚਿੱਠੀ ਸੁਣਦਿਆਂ ਹੀ ਮੂਰਖ ਭੀਮ ਚੰਦ ਦੇ ਸਰੀਰ ਨੂੰ ਅੱਗ ਲੱਗ ਗਈ, ਭਾਵ ਹੈ ਸਾਨੂੰ ਬੰਗਾਰ ਦਿੱਤਾ। ਕਿਉਂਕਿ ਇਹ ਸੋਚਦੇ ਸੀ ਗੁਰੂ ਸਾਹਿਬ ਛੋਟੇ ਜਿਹੇ ਹਨ। ਕਹਿੰਦਾ ਸੀ ਤੁਸੀਂ ਆਪਦੇ ਵਿੱਤ 'ਚ ਰਹੋ, ਆਪਦੀਆਂ ਸੰਗਤਾਂ ਤੋਂ ਭੇਟਾਵਾਂ ਲੈਂਦੇ ਰਹੋ ਤੇ ਸ਼ਾਂਤੀ ਨਾਲ ਬੈਠੇ ਰਹੋ, ਸਾਨੂੰ ਹਾਲਾ ਮਾਮਲਾ ਦਿੰਦੇ ਰਹੋ ਸਾਲ ਬਾਅਦ। ਪਰ ਜਦੋਂ ਚਿੱਠੀ ਉਸ ਤੋਂ ਵੀ ਚੜ੍ਹਦੀ ਕਲਾ ਦੀ ਪਹੁੰਚੀ ਉਹਦੇ ਕੋਲ, ਤੇ ਮਾਨੋ ਸਰੀਰ ਨੂੰ ਅੱਗ ਲੱਗ ਗਈ, ਭਾਵ ਗੁੱਸਾ ਵੱਧ ਗਿਆ। ਸਭ ਰਾਜਨ ਕੋ ਬਹਰ ਸੁਨਾਇਓ, ਅਬ ਗੁਰ ਸੰਗ ਜੰਗ ਬਣ ਆਇਓ। ਔਰ ਰਾਜਿਆਂ ਨੂੰ ਕਹਿਣ ਲੱਗਿਆ ਹੁਣ ਤਾਂ ਵੀ ਆਪਾਂ ਰੋਕ ਨਹੀਂ ਸਕਦੇ, ਹੁਣ ਤਾਂ ਵੰਗਾਰ ਲਿਆ ਸਾਨੂੰ। ਰਾਜਿਆਂ ਨੂੰ ਕਹਿੰਦਾ ਜੰਗ ਕਰਨਾ ਹੀ ਪੈਣਾ ਜੀ। ਸੋਨਿਸ ਬਸ ਕਰ ਤਹਾਂ ਬਿਤਾਈ, ਭਈ ਬਰਾਤ ਤੇ ਤਹਿਤ ਚੜਾਈ। ਅੱਜ ਦੀ ਚਿੱਠੀ ਤਾਂ ਸੁਣੀ ਹੈ, ਰਾਤ ਟਪਾਈ ਹੈ। ਦੂਜੇ ਦਿਨ ਚੜ੍ਹਦੇ ਦੇ ਨਾਲ ਉੱਠ ਕੇ ਭੀਮ ਚੰਦ ਨੇ ਅਨੰਦਪੁਰ ਸਾਹਿਬ ਦੇ ਵੱਲ ਚਾਲੇ ਪਾ ਦਿੱਤੇ ਜੀ। ਨਾਥਨ ਕੇ ਬਜੇ ਨਗਾਰੇ, ਭੀਮ ਚੰਦ ਹੋਏ ਸਤਬ ਤਿਆਰੇ। ਸਾਰੇ ਪਹਾੜੀ ਰਾਜਿਆਂ ਨੇ ਆਪਣੇ ਨਗਾਰਿਆਂ ਤੇ ਚੋਟਾਂ ਲਾ ਦਿੱਤੀਆਂ ਤੇ ਭੀਮ ਚੰਦ ਵੀ ਤਿਆਰ ਹੋ ਕੇ ਤੁਰ ਪਿਆ ਹੈ ਜੀ। ਸੈਨਾ ਕਰ ਗਾਜੇ, ਚੜੇ ਅਨੇਕ ਬਜਾਵਤ ਬਾਜੇ। ਸਾਰੇ ਰਾਜੇ ਆਪੋ ਆਪਣੀ ਸੈਨਾ ਦੀ ਅਗਵਾਈ ਕਰਕੇ ਕਰਦੇ ਹੋਏ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ। ਫਲਰੇ ਛੁੱਟੇ ਨਿਸ਼ਾਨ ਅਗਾਰੀ, ਮਨੋ ਘਟਾ ਕੇ ਕਣ ਅਗਵਾਰੀ। ਔਰ ਸਾਰਿਆਂ ਦੇ ਅੱਗੇ ਅੱਗੇ ਉਹਨਾਂ ਦੇ ਇਲਾਕਿਆਂ ਦੇ ਨਿਸ਼ਾਨ ਚੱਲ ਰਹੇ ਹਨ, ਭਾਵ ਝੰਡੇ ਜੋ ਹੁੰਦੇ ਆ, ਨਿਸ਼ਾਨ ਹੁੰਦਾ ਇਹ ਫੌਜ ਦਾ, ਮੁਸਲਮਾਨਾਂ ਦਾ ਹਰੇ ਰੰਗ ਦਾ ਹੁੰਦਾ। ਇਸ ਤਰ੍ਹਾਂ ਗੁਰੂ ਪਿਆਰਿਓ ਨਿਸ਼ਾਨ ਝੁਲਦੇ ਇਉਂ ਆ ਰਹੇ ਨੇ ਜਿਵੇਂ ਘਟਾ ਕਾਲੀਆਂ ਆਉਂਦੀਆਂ ਹੋਣ। ਰਣ ਸੀਏ ਗਾਨ ਢੋਲ ਬਜਾਏ, ਸਲਬਤ ਫੰਗਣ ਕੀ ਚਲਵਾਏ। ਔਰ ਰਣ ਸਿੰਘੇ ਨਗਾਰੇ ਢੋਲ ਵਜਾਉਂਦੇ ਆਉਂਦੇ ਐ, ਔਰ 50-50 100-100 ਬੰਦੂਕਾਂ ਦੀਆਂ ਛਲਕਾਂ ਆਕਾਸ਼ ਵੱਲ ਕਰਕੇ ਛੱਡਦੇ ਐ, ਜਿਵੇਂ ਗੁਰੂ ਪਿਆਰਿਓ ਕੋਈ ਮੱਛਰ ਜਿਹੜਾ ਹੈ ਉਹ ਡਰਾਉਂਦਾ ਹੋਵੇ ਕਿ ਮੈਂ ਪਹਾੜ ਹਿਲਾ ਦੇਵਾਂਗਾ। ਗੁਜਰ ਜਾਤ ਹਜ਼ਾਰਨ ਰਾਉ, ਨਾਮ ਕਹੈ ਜਮ ਤੁਲਾ ਭਾਉ। ਔਰ ਗੁੱਜਰ ਜਾਤੀ ਦੇ ਹਜ਼ਾਰਾਂ ਹੀ ਸੂਰਮੇ ਨਾਲ ਲੈ ਕੇ ਆ ਰਿਹਾ ਰਾਜਾ ਜਮਾਉਤੁੱਲਾ। ਸੋ ਪੈਦਲ ਕੇ ਭਇਆ ਅਗਾਰੀ, ਬਰਛੀ ਸੇਲੇ ਸਾਂਗ ਕਟਾਰੀ। ਇਹ ਪੈਦਲ ਸੈਨਾ ਹੈ, ਇਹਦੇ ਕੋਲ ਅੱਗੇ ਅੱਗੇ ਇਹ ਚੱਲ ਰਹੀ ਹੈ, ਪਿੱਛੇ ਘੋੜ ਸਵਾਰ ਹਾਥੀ ਸਵਾਰ ਫੌਜਾਂ
ਆ ਰਹੀਆਂ ਪਹਾੜੀਆਂ ਦੀਆਂ। ਤੁਮ ਕਰਵਾਣ ਗਹਿ ਢਾਲੇ ਗੁਜਰ ਰੰਗਰ ਬਿਰੰਦ ਕੁਚਾਲੇ। ਔਰ ਕੁਚਾਲੇ ਮਾੜੀ ਚਾਲ ਚੱਲ ਰਹੇ ਹਨ ਗੁੱਜਰ ਅਤੇ ਰੰਗੜ, ਕਿਉਂਕਿ ਇਹਨਾਂ ਦਾ ਵੀ ਗੁਰੂ ਸਾਹਿਬ ਨਾਲ ਗੁੱਸਾ ਵਧਿਆ ਹੋਇਆ ਸੀ। ਇਹਨਾਂ ਨੇ ਸੰਗਤਾਂ ਨੂੰ ਡਿਸਟਰਬ ਕੀਤਾ ਸੀ ਤੇ ਗੁਰੂ ਸਾਹਿਬ ਨੇ ਫੌਜਾਂ ਸਮੇਤ ਜਾ ਕੇ ਇਹਨਾਂ ਨੂੰ ਸਬਕ ਸਿਖਾਇਆ ਸੀ। ਗੁੱਜਰ ਰੰਗੜ ਵੀ ਇਹਨਾਂ ਨਾਲ ਰਲੇ ਹੋਏ ਆ ਰਹੇ ਨੇ। ਸ਼ੇਰ ਗਵਾਰ ਨੇ ਅਰਗ ਬਟੋਰੀ ਅੱਗੇ ਚੱਲਿਓ ਅਨੰਦਪੁਰ ਹੋਰੀ। ਔਰ ਪਿੰਡਾਂ ਦੇ ਲੋਕਾਂ ਨੂੰ ਵੀ ਇਕੱਠਾ ਕਰ ਲਿਆ, ਭੀੜ ਬਣਾ ਲਈ ਹੈ, ਅਨੰਦਪੁਰ ਵੱਲ ਚਾਲੇ ਪਾਏ ਹਨ। ਆਈ ਸਧਾਰਨ ਨਰ ਗਰਮੀਨ ਚਲੇ ਸੰਗ ਜਿਨ ਕੀ ਗਿਣਤੀ ਨਾ। ਭਾਈ 22 ਧਾਰ ਦੇ ਰਾਜਿਆਂ ਦੇ ਨਾਲ ਨਾਲ ਪਿੰਡਾਂ ਵਾਲੇ ਨੌਜਵਾਨ ਵੀ ਸੱਦ ਲਏ ਹਨ ਪਹਾੜੀਏ, ਔਰ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਕਲਮ ਲਾਟ ਪੈਦਲ ਦਲ ਬੀਰੰਗ ਚਮਕਾ ਅਯੁੱਧ ਪਰਿਓ ਬਹੀਰੰਗ। ਇਸ ਤਰ੍ਹਾਂ ਇਹ ਸਾਰੇ ਅੱਗੇ ਅੱਗੇ ਚੱਲ ਰਹੇ ਹਨ, ਪੈਦਲ ਔਰ ਹੱਥਾਂ ਵਿੱਚ ਹਥਿਆਰ ਚਮਕ ਰਹੇ ਹਨ। ਔਰ ਤਦ ਕਾ ਕਲੂਰ ਨਿਰਪਣ ਕੀਨਸ ਅਸਵਾਰੀ। ਔਰ ਇਸ ਤਰ੍ਹਾਂ ਕਹਿਲੂਰ ਨੂੰ ਛੱਡ ਕੇ ਰਾਜਿਆਂ ਨੇ ਚਾਲੇ ਪਾ ਦਿੱਤੇ ਜੀ। ਧਰੇ ਨਿਸ਼ਾਨ ਸੁਰ ਫਰ ਰੇ ਕਬਾਰੀ। ਔਰ ਮੂਹਰੇ ਮੂਹਰੇ ਝੰਡੇ ਚਲਾਉਂਦੇ ਹੋਏ ਤੇ ਨਗਾਰੇ ਵਜਾਉਂਦੇ ਹੋਏ ਭੀਮ ਚੰਦ ਸਵਾਰ ਖੜਗ ਗਾਤਰਾ ਤਿਨ ਪਾਇੰ। ਭੀਮ ਚੰਦ ਸਵਾਰ ਹੋ ਗਿਆ ਘੋੜੇ ਤੇ ਗਾਤਰੇ 3 ਫੁੱਟੀ ਤਲਵਾਰ ਪਾਈ ਹੈ। ਢਾਲ ਢਾਲ ਨਿਜ ਕੰਧ ਭਲੀ ਬਿਦ ਸੋ ਲਟਕਾਇੰ। ਔਰ ਡਾਲ ਨੂੰ ਭਾਵ ਢਾਲ ਨੂੰ ਮੋਢਿਆਂ ਦੇ ਉੱਤੇ ਟੰਗਿਆ ਹੋਇਆ ਪਿਛਲੇ ਪਾਸੇ। ਕਾਰ ਅਗਰ ਉਦਰ ਜਮ ਧਰ ਧਰੀ ਉਤਸਾਹਤ ਪ੍ਰਥਾਨ ਕਹੈ। ਕੰਵਰ ਕਸੇ ਵੀ ਛੋਟੇ ਹਥਿਆਰ ਟੰਗੇ ਹੋਏ ਆ। ਜਮ ਧਰ ਜਿਹੜਾ ਹੱਥ ਵਿੱਚ ਫੜ ਕੇ ਬੱਖੀ ਦੇ ਵਿੱਚ ਨੇੜੇ ਹੋ ਕੇ ਮਾਰਿਆ ਜਾਂਦਾ ਦੁਸ਼ਮਣ ਦੇ, ਇਹੋ ਜਿਹੇ ਹਥਿਆਰਾਂ ਨਾਲ ਲੈਸ ਹੋ ਕੇ ਭੀਮ ਚੰਦ ਚੱਲ ਪਿਆ ਜੀ। ਸਭ ਬਜੀ ਬੰਬ ਦੁੰਦਬ ਅਣਕ ਲਰਨ ਹੇਤ ਚਿਤ ਚੋਪ ਲੈ। ਇਸ ਤਰ੍ਹਾਂ ਫਿਰ ਇਹਨਾਂ ਨੇ ਨਗਾਰੇ ਤੇ ਚੋਟ ਲਾ ਦਿੱਤੀ ਹੈ ਔਰ ਗੁਰੂ ਪਿਆਰਿਓ ਲੜਾਈ ਕਰਨ ਦੇ ਲਈ ਦੂਰੀ ਚੋਟ ਲਾ ਦਿੱਤੀ ਹੈ ਨਗਾਰੇ ਤੇ। ਕਹਿੰਦੇ ਇਸ ਤਰ੍ਹਾਂ ਬਈ ਅਸੀਂ ਆ ਗਏ ਆ ਤੇ ਤੁਸੀਂ ਲੜਾਈ ਕਰ ਲਓ ਜੀ। ਚਲਿਓ ਕਟੋਚ ਚੋਪ ਚੰਚਲ ਬਹੁ ਬਾਜੀ। ਇਸ ਤਰ੍ਹਾਂ ਕਟੋਚੀਆ ਜਿਹੜਾ ਹੈ ਰਾਜਾ ਕਟੋਚੀਆ, ਉਹ ਵੀ ਬੜੀ ਚੰਚਲਤਾ ਦੇ ਨਾਲ ਆਪਣੀ ਘੋੜੇ ਤੇ ਬੈਠ ਕੇ ਚੱਲਿਆ। ਇਸਕੇ ਤਨ ਬਲ ਅਦਕ ਮਨੋ ਫਾਦਤ ਨਟਬਾਜੀ। ਜਿਸ ਦੇ ਸਰੀਰ 'ਚ ਬੜੀ ਤਾਕਤ ਹੈ ਤੇ ਥੱਲੇ ਘੋੜਾ ਵੀ ਬੜਾ ਤਾਕਤਵਰ ਹੈ, ਅਨੇਕਾਂ ਤਰ੍ਹਾਂ ਦੀਆਂ ਛਾਲਾਂ ਮਾਰਦਾ ਹੋਇਆ। ਅਟਕ ਸਿਮਰ ਕਤ ਕਸਤ ਧਰਮ ਤਬ ਤੂਰਨ ਬਾਦੀ। ਇਸ ਤਰ੍ਹਾਂ ਇਹ ਰਾਜਾ ਜਿਹੜਾ ਕਿਰਪਾਲ ਚੰਦ ਕਟੋਚੀਆ ਕਮਰ ਕਸਾ ਕਰਕੇ ਸਾਰੇ ਸ਼ਾਸਤਰ ਸਰੀਰ ਤੇ ਧਾਰ ਕੇ ਚੱਲ ਪਿਆ ਜੀ। ਬਾਦੀ ਬਾਦੀ ਬੇਰ ਲਰਿਓ ਜਬਰਾਰ ਹੈ ਬਾਰੀ। ਔਰ ਇਹ ਇਦੋਂ ਪਹਿਲਾਂ ਵੀ ਕਈ ਵਾਰੀ ਲੜਾਈ ਦੇ ਵਿੱਚ ਆਇਆ ਹੈ, ਪਰ ਹਾਰ ਕੇ ਗਿਆ ਹੈ। ਚਲਿਓ ਲਰਨ ਪ੍ਰਭ ਪੁਰਖ ਸੋ ਬਿਸ ਆਨੰਦਪੁਰ ਦ੍ਰਿਸ਼ਟ ਧਾਰ। ਇਸੇ ਤਰ੍ਹਾਂ ਹੀ ਇਹ ਭੂਪ ਕਾਂਗੜੇ ਕੋ ਬਲੀ ਪਾਥਾ ਸਾਥ ਕਣਗ ਭਰ। ਕਾਂਗੜੇ ਦਾ ਰਾਜਾ ਜਿਹੜਾ ਹੈ ਉਹ ਵੀ ਨਾਲ ਚੱਲਿਆ ਹੈ ਔਰ ਇਸੇ ਤਰ੍ਹਾਂ ਹੀ ਚੱਪ ਚੱਲਿਓ ਬੜੇ ਚਾਅ ਦੇ ਨਾਲ ਇਹ ਰਾਜੇ ਪ੍ਰਭੂ ਦੇ ਨਾਲ, ਪਰਮੇਸ਼ਰ ਦੇ ਨਾਲ, ਰੱਬ ਦੇ ਨਾਲ ਲੜਾਈ ਕਰਨ ਚੱਲੇ ਹਨ। ਮਾਨੋ ਜਿਵੇਂ ਗਿੱਦੜ ਦੀ ਜਦ ਮੌਤ ਆਉਂਦੀ ਹੈ, ਪਿੰਡ ਵੱਲ ਆਉਂਦਾ ਤੇ ਕੁੱਤੇ ਉਹਨੂੰ ਨਵਾਂ ਜਾਨਵਰ ਜਾਣ ਕੇ ਪਾੜ ਦਿੰਦੇ ਹੈ, ਲੱਗਦਾ ਇਹਨਾਂ ਦੀ ਮੌਤ ਨੇੜੇ ਆਈ ਹੈ। ਜਸੋ ਵਾਰੀਆ ਮਹਿ ਪਸੂਰਮਾ ਮਨ ਅਹੰਕਾਰੀ। ਜਸਵਾਲੀਆ ਰਾਜਾ ਜਿਹੜਾ ਹੈ ਮਨ ਵਿੱਚ ਬੜਾ ਹੰਕਾਰ ਕਰਦਾ ਕਿ ਮੈਂ ਬਹੁਤ ਵੱਡਾ ਯੋਧਾ ਹਾਂ। ਤਰਨ ਵੈਸ ਤਨ ਵਿਖੈ ਮਹਾ ਸੁੰਦਰ ਦੁਤਕਾਰੀ। ਹਜੇ ਜਵਾਨੀ ਦੇ ਵਿੱਚ ਹੈ, ਬੜਾ ਸੁੰਦਰ ਹੈ ਔਰ
ਜਵਾਨੀ ਦੇ ਵਿੱਚ ਤੁਹਾਨੂੰ ਪਤਾ ਹੈ ਤਾਕਤ ਵੀ ਅੰਨੀ ਹੁੰਦੀ ਆ। ਕਾਸ ਕਿਰਪਵਾਨ ਕਟ ਸੰਗ ਢਾਲ ਤਰ ਰੰਗ ਦੁਕਾਰੀ। ਔਰ ਕਮਰ ਕਸੇ ਦੇ ਵਿੱਚ ਇਸ ਨੇ ਤੀਰਾਂ ਦਾ ਭੱਥਾ, ਢਾਲ, ਤਲਵਾਰ ਆਦਿ ਟੰਗ ਲਿਆ ਹੈ ਜੀ। ਕਮਾਨ ਤਵ ਹਾਥ ਉਹਦੇ ਕਾਸ ਟੰਕਾਰੀ। ਔਰ ਕਮਾਨ ਚੱਕੀ ਹੈ ਮੋਟੀ, ਹੰਕਾਰ ਦੇ ਨਾਲ ਉਸ ਦੀ ਜੋ ਗੁਰੂ ਪਿਆਰਿਓ ਚਿਲਾ ਹੁੰਦਾ ਹੈ ਉਸ ਨੂੰ ਖਿੱਚ ਕੇ ਛੱਡਦਾ ਹੈ, ਟੰਕਾਰ ਕਰਨਾ ਹੁੰਦਾ ਹੈ, ਆਵਾਜ਼ ਕਰਨਾ। ਔਰ ਫਿਰ ਉਹ ਧਾਗਾ ਜਦ ਵਾਪਸ ਜਾਂਦਾ ਉਹ ਰੱਸੀ ਵਾਪਸ ਜਾਂਦੀ ਹੈ, ਇੱਕ ਆਵਾਜ਼ ਕਰਦੀ ਹੈ। ਔਰ ਘੋੜੇ ਤੇ ਬੈਠ ਕੇ ਹੰਕਾਰ ਦੇ ਨਾਲ ਉਹ ਧਾਗੇ ਨੂੰ ਖਿੱਚ ਕੇ ਛੱਡਦਾ ਹੈ ਤੇ ਹੰਕਾਰ ਦੇ ਨਾਲ ਫੁੱਲਿਆ ਨਹੀਂ ਸਮਾਉਂਦਾ ਕਿ ਮੈਂ ਜਾਂਦਾ ਹੀ ਗੁਰੂ ਗੋਬਿੰਦ ਸਿੰਘ ਨੂੰ ਫੜ ਲਵਾਂਗਾ। ਮਸਤ ਹਾਥੀ ਮਹਿਦ ਚੜਤ ਭਇਓ ਤਿਸ ਪਰ ਚੜਿਓ। ਔਰ ਇਹ ਜਸਵਾਰੀਆ ਰਾਜਾ ਜਿਹੜਾ ਹੈ ਇਹ ਆਪਣੇ ਹਾਥੀ ਤੇ ਚੜਿਆ, ਬੜੇ ਮਸਤ ਹਾਥੀ ਤੇ ਹੰਕਾਰ ਦੇ ਨਾਲ। ਜਿਸ ਨਾਮ ਕੇਸਰੀ ਚੰਦ ਕਹੈ ਲਰਨ ਵੀਰ ਰਾਸਿ ਔਰ ਵਡਿਓ। ਔਰ ਕੇਸਰੀ ਚੰਦ ਰਾਜਾ ਜਿਹੜਾ ਆਪਣੇ ਆਪ ਨੂੰ ਬੜਾ ਯੋਧਾ ਸਮਝਦਾ ਸੀ, ਹਾਥੀ ਤੇ ਬੈਠ ਕੇ ਚੱਲ ਪਿਆ ਹੈ ਜੀ। ਹੰਡੂਰੀ ਚੜਿਓ ਧਰੇ ਸ਼ਾਸਤਰਨ ਸਭ ਸੰਗਾ। ਔਰ ਹੰਡੂਰੀਆ ਰਾਜਾ ਜਿਹੜਾ ਹੈ ਇਹ ਵੀ ਸ਼ਸਤਰ ਲੈਸ ਕਰਕੇ ਆਪਣੇ ਸਰੀਰ ਦੇ ਉੱਪਰ ਧਾਰਨ ਕਰਕੇ ਇਹ ਵੀ ਨਾਲ ਤੁਰਿਆ ਹੈ। ਰਾਜਨੀਤ ਨਾ ਚਤੁਰ ਕਹੈ ਸਾਬੁਦ ਤੰਗਾ। ਸਾਰੇ ਰਾਜੇ ਇਸ ਨੂੰ ਰਾਜਨੀਤੀ ਵਿੱਚ ਬੜਾ ਸਿਆਣਾ ਸਮਝਦੇ ਹਨ। ਭੀਮ ਚੰਦ ਕੇ ਸੰਗ ਕਵਥ ਬਹੁ ਜੰਗ ਪਰ ਸੰਗਾ। ਇਸ ਤਰ੍ਹਾਂ ਭੀਮ ਚੰਦ ਦੇ ਨਾਲ ਇਹਨੇ ਕਈ ਵਾਰੀ ਜੰਗਾਂ ਦੀਆਂ ਬੜੀਆਂ ਵੱਡੀਆਂ ਗੱਲਾਂ ਮਾਰੀਆਂ, ਮਤਲਬ ਫੜਾਂ ਮਾਰੀਆਂ, ਸਾਡੀ ਬੋਲੀ 'ਚ ਕਹਿ ਦਿਓ। ਸਿਖਤ ਬਾਹੀਨੀ ਬੜੀ ਚਲੇ ਜਿਵੇਂ ਉਮੜਤ ਗੰਗਾ। ਇਉਂ ਭੀਮ ਚੰਦ ਨਿਗਾਹ ਮਾਰਦਾ 22 ਧਾਰ ਦੇ 22 ਰਾਜਿਆਂ ਦੀਆਂ ਫੌਜਾਂ ਇਕੱਠ ਦੇਖ ਕੇ ਬੜਾ ਖੁਸ਼ ਹੁੰਦਾ ਹੈ। ਬਾਦ ਗਜ ਪਾਰ ਭਇਓ ਅਰੋਸੋ ਚਮੂ ਚਮੂ ਦਾ ਦੇਸ ਚੱਲੀ। ਭੀਮ ਚੰਦ ਜਿਹੜਾ ਹੈ ਆਪਣੇ ਕੁੱਚੇ ਹਾਥੀ ਤੇ ਬੈਠਾ ਹੈ ਤੇ ਫੌਜ ਇਹਦੇ ਨਾਲ ਚੱਲੀ ਹੈ। ਜੈ ਬਹੁਤ ਫੰਗ ਸੇਲੇ ਸਿਪਰ ਪਰਬਤ ਨਿਕਸਤ ਕਲਮਣੀ। ਇਸ ਤਰ੍ਹਾਂ ਹੱਥਾਂ ਦੇ ਵਿੱਚ ਬੰਦੂਕਾਂ, ਬਰਸ਼ੇ, ਢਾਲਾਂ, ਸੇਲੇ, ਨੇਜੇ ਆਦਿ ਫੜ ਕੇ ਇਹ ਬਾਹਣੀ ਇਹ ਫੌਜ ਪਹਾੜਾਂ 'ਚੋਂ ਰੌਲਾ ਪਾਉਂਦੀ ਹੋਈ ਨਿਕਲੀ ਹੈ। ਕੱਲਾ ਕੱਲਾ ਰਾਜਾ ਗਿਣੀਏ ਤਾਂ ਇਹ ਕਈ ਹੈ, ਕਥਾ ਲੰਬੀ ਹੋ ਜਾਣੀ ਹੈ। ਦੂਜੇ ਰਾਜੇ ਵੀ ਇਸੇ ਤਰ੍ਹਾਂ ਤਿਆਰੀਆਂ ਖਿੱਚ ਕੇ ਨਾਲ ਤੁਰ ਪਏ ਜੀ। ਕੁੱਲੂ ਵਾਲਾ, ਕੈਂਠਲ ਵਾਲਾ, ਭੁਟਾਨ ਵਾਲਾ, ਜੰਮੂ ਵਾਲਾ। ਗੁਲੇਰ ਦਾ ਗੋਪਾਲ ਗੁਲੇਰੀਆ, ਡਡਵਾਰ ਦਾ ਰਾਜਾ ਅਤੇ ਸ਼੍ਰੀ ਨਗਰ ਕੀ ਚਮੂ ਪੜੀ ਧਰ ਸ਼ਸਤਰ ਅਸੇਸ। ਸ੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦੀ ਫੌਜ ਵੀ ਨਾਲ ਚੱਲ ਪਈ ਹੈ। ਮਾਨਪੁਰ ਗੁਸਰ ਕੇ ਭੱਟ ਮਿਲੇ ਪੈਦਲ ਤੇ ਅਸਵਾਰ ਗਾਨ। ਇਸ ਤਰ੍ਹਾਂ ਗੁਰੂ ਪਿਆਰਿਓ ਵੱਡੇ ਸ਼ਹਿਰਾਂ ਦੇ ਸਾਰੇ ਜਿਹੜੇ ਫੌਜਾਂ ਹਨ ਉਹ ਇਕੱਠੀਆਂ ਹੋ ਕੇ ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋ ਕੇ ਇੱਕ ਭੀੜ ਬਣਾ ਕੇ ਤੁਰ ਪਏ ਜੀ। ਚੰਦੇਲ ਦਾ ਰਾਜਾ ਚੰਦੇਲੀਆ ਉਸ ਨੂੰ ਕਹਿੰਦੇ ਹਨ, ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ, ਖਬਰਦਾਰ ਸਮਝਦਾ ਹੈ, ਇਹ ਵੀ ਨਾਲ ਤੁਰਿਆ। ਨੂਰਪੁਰੀ ਸੰਗ ਸੈਣ ਚੜਿਓ ਦੁੰਦਰ ਬੱਡ ਬਾਜਿਓ। ਨੂਰਪੁਰੀ ਰਾਜਾ ਜਿਹੜਾ ਹੈ
ਇਹ ਵੀ ਆਪਣੀ ਫੌਜ ਨੂੰ ਲੈ ਕੇ ਨਾਲ ਚੱਲਿਆ। ਕਾਤਿਕ ਦੜੋਲੀ ਮਿਲੇ ਆਪਣੋ ਦਲ ਬਲ ਸਾਧਿਓ। ਕਈ ਦੜੌਲੀ ਮਿਲੇ ਇੱਧਰ ਉੱਧਰ ਦੇ, ਉਹਨਾਂ ਨੇ ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ ਹਨ। ਬਨਸਪਤੀ ਵਿਸਾਲ ਔਰ ਚੰਬਿਆਲ ਸੈਲ ਗਣ। ਮੰਡੀ ਦਾ ਰਾਜਾ, ਚੰਬੇ ਦਾ ਰਾਜਾ ਅਤੇ ਹੋਰ ਰਾਜੇ। ਨਿਜ ਨਿਜ ਬੰਦੇ ਟੋਲ ਕਹਾਂ ਕਈ ਇਹ ਗਣਨਾ ਗਾਨ। ਔਰ ਸਾਰਿਆਂ ਨੇ ਆਪੋ ਆਪਣੇ ਫੌਜਾਂ ਦੇ ਟੋਲੇ ਇਕੱਠੇ ਕਰ ਲਏ, ਭਾਵ ਅਗਵਾਈ ਕਰਦੇ ਹੋਏ ਆਪਣੀਆਂ ਫੌਜਾਂ ਦੀ ਰਾਜੇ ਭੀਮ ਚੰਦ ਦੇ ਮਗਰ ਇੱਕ ਲੰਮਾ ਲਸ਼ਕਰ ਲੈ ਕੇ ਚੱਲ ਪਏ ਜੀ। ਆਗ ਚਲਤ ਉਡੀ ਰਾਜ ਗਨਨ ਕੋ ਸੂਰਜ ਜੇ ਤੇਜ ਅਸ਼ਾਦ ਲੈ। ਔਰ ਰਸਦਿਆਂ ਹੋਇਆਂ ਇੰਨੀਆਂ ਧੂੜਾਂ ਉੱਡੀਆਂ ਹਨ ਰਸਤੇ ਵਿੱਚ ਚੱਲਦਿਆਂ ਹੋਇਆਂ ਕਿ ਇੱਕ ਵਾਰੀ ਸੂਰਜ ਵੀ ਢਕਿਆ ਗਿਆ ਹੈ। ਬਹੁ ਅੰਧ ਧੰਦ ਸਭ ਦਿਸਨ ਨਹਿ ਹਰ ਭਲਾਟ ਸਭ ਗਿਨਨ ਕੈ। ਔਰ ਬੜਾ ਅੰਧ ਧੁੰਦ ਭਾਵ ਰੌਲਾ ਪੈ ਰਿਹਾ, ਖਰਬਰਾਟ ਰੌਲਾ ਪੈ ਰਿਹਾ, ਕਿਸੇ ਨੂੰ ਕਿਸੇ ਦੀ ਕੰਨ ਪਾਈ ਨਹੀਂ ਸੁਣਦੀ। ਇੱਕ ਧੂੜ ਦਾ ਉੜਦੀ ਧੂੜ ਦਾ ਹਨੇਰਾ ਹੋ ਗਿਆ। ਇਸ ਪ੍ਰਕਾਰ ਸੈਨਾ ਸਕਲ ਚਲੀ ਸੰਗ ਗਿਰਨਾਥ। ਪੁਰ ਆਨੰਦ ਸਨਮੁਖ ਭਈ ਸ਼ਸਤਰ ਧਰੇ ਸਭ ਹਾਥ। ਕਿੰਨਾ ਕੁ ਸਮਾਂ ਲੱਗਣਾ ਸੀ, ਨੇੜੇ ਹੀ ਸੀਗਾ। ਚਲੋ ਚਾਲ ਚਲੋ ਚਾਲ। ਇਹ ਫੌਜ ਹੱਥਾਂ ਵੀ ਸ਼ਸਤਰ ਧਾਰਨ ਕਰਕੇ, ਸਰੀਰ ਤੇ ਸ਼ਸਤਰ ਲੈਸ ਕਰਕੇ ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਗਏ ਜੀ। ਸੁਣ ਕੇ ਕਰਨ ਹਾਰ ਤਬ ਆਏ ਵਿੱਚ ਦੀਵਾਨ ਜਾ ਗੁਰੂ ਸਹਾਏ। ਔਰ ਜਦੋਂ ਇਹਨਾਂ ਨੇ ਅਨੰਦਪੁਰ ਸਾਹਿਬ ਦੇ ਨੇੜੇ ਆਉਣਾ ਕੀਤਾ ਤੇ ਸੂਹੀਏ ਜਿਹੜੇ ਸਤਿਗੁਰਾਂ ਦੇ ਹਮੇਸ਼ਾ ਹੀ ਅਲਰਟ ਰਹਿੰਦੇ ਸਨ, ਉਹਨਾਂ ਨੂੰ ਪਤਾ ਲੱਗਿਆ। ਉਹਨਾਂ ਸੂਹੀਆਂ ਨੇ ਆ ਕੇ ਪਾਤਸ਼ਾਹ ਨੂੰ ਦੀਵਾਨ ਵਿੱਚ ਦੱਸਣਾ ਕੀਤਾ ਹੈ ਜੀ। ਕਹਾਂ ਆਪ ਚਿਤ ਸ਼ਾਂਤੀ ਚੜੇ ਨਿਰਪਤ ਕਰ ਆਖੈ ਰਾਤੀ। ਵਾਹ ਮਹਾਰਾਜ, ਤੁਸੀਂ ਦੀਵਾਨ ਸਜਾ ਕੇ ਬੈਠੇ ਹੋ ਤੇ ਦੁਸ਼ਮਣ ਜਿਹੜਾ ਚੜ੍ਹਾਈ ਕਰਕੇ ਸਾਡੇ ਉੱਤੇ ਆ ਗਿਆ ਹੈ। ਇਸ ਮਾਰ ਦਲ ਗਿਰਨ ਬਟੋਰਾ ਪਹੁੰਚੇ ਲਖੋ ਆਪਣੀ ਓਰਾ। ਮਹਾਰਾਜ ਜੀ ਬਹੁਤ ਸਾਰੀ ਫੌਜ ਹੈ, ਗਿਣਤੀ ਸਿੱਖਾਂ ਨੇ ਗਿਣਤੀ ਵੇਖੀ ਹੈ ਪਰ ਪਾਤਸ਼ਾਹ ਗਿਣਤੀ ਨਹੀਂ ਵੇਖਦੇਗੇ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਜਿਵੇਂ ਜ਼ਿਮੀਂਦਾਰ ਕਣਕ ਵੱਢਦਾ ਹੈ, ਇਹ ਨਹੀਂ ਵੇਖਦਾ ਕਿ ਪੌਦੇ ਜਾਂ ਖੇਤ ਕਿੱਡਾ ਵੱਡਾ ਛੋਟਾ, ਜਦੋਂ ਲੱਗ ਪੈਂਦੇ ਆ ਵੱਢ ਵੱਢ ਕੇ ਲੰਮੀ ਪਾ ਦਿੰਦੇ ਆ। ਇਸੇ ਤਰ੍ਹਾਂ ਹੀ ਸਿੱਖ ਕਹਿੰਦੇ ਜੀ ਗਿਣਤੀ ਬਹੁਤ ਹੈ ਲਸ਼ਕਰ ਦੀ। ਸਤਰ ਮਿੱਤਰ ਦੇ ਅਖਲ ਪਹਾੜੀ ਅਬ ਮਿਲ ਕਰ ਹਿਤ ਆਪ ਮਝਾਰੀ। ਮਹਾਰਾਜ ਜਿਨ੍ਹਾਂ ਦੀਆਂ ਆਪਸ ਵਿੱਚ ਦੁਸ਼ਮਣੀਆਂ ਸਨ ਉਹ ਵੀ ਸਾਰੇ ਇਕੱਠੇ ਹੋ ਗਏ। ਹੁਣ ਤਾਂ ਸਾਰੇ ਪਹਾੜੀਏ ਭੀਮ ਚੰਦ ਦੇ ਨਾਲ ਰਲ ਕੇ ਆ ਰਹੇ ਹਨ। ਆਨੰਦਪੁਰ ਛੁਟਕਾਵਣ ਕਾਜੂ ਸਭ ਆਏ ਬਾਦ ਕਰਿਓ ਸਮਾਜੂ। ਮਹਾਰਾਜ ਜੀ ਆਪਣਾ ਆਨੰਦਪੁਰ ਛਡਾਉਣਾ ਚਾਹੁੰਦੇ ਐ ਔਰ ਕਹਿੰਦੇ ਜਾਂਦੇ ਹੀ ਆਨੰਦਪੁਰ ਸਾਹਿਬ ਚੋਂ ਸਿੱਖਾਂ ਨੂੰ ਕੱਢ ਦੇਣਾ ਹੈ। ਵਿੱਚ ਦੀਵਾਨ ਸਤਿਗੁਰੂ ਬਖਾਨਾ ਸੁਣੋ ਖਾਲਸਾ ਬਣ ਸਵਧਾਨਾ। ਮੇਰੇ ਪ੍ਰੀਤਮ ਜੀ ਦੀਵਾਨ ਵਿੱਚ ਸਾਹਮਣੇ ਬੈਠੀਆਂ ਫੌਜਾਂ ਨੂੰ ਗਾਈਡ ਕਰਦੇ ਹੋਏ ਉਪਦੇਸ਼ ਕਰਦੇ ਹਨ, ਖਾਲਸਾ ਜੀ ਸਾਵਧਾਨ ਹੋ ਜੋ। ਹੋਏ ਹੈ ਆਪ ਘਮੰਡ ਵਲ ਭੰਡਾ ਸੰਗਰ ਕਰੋ ਬਿਲੰਦ ਪ੍ਰਚੰਡਾ। ਭੀਮ ਚੰਦ ਦਾ ਹੰਕਾਰ ਜਿਹੜਾ ਉਹ ਜਵਾਨ ਹੋ ਗਿਆ, ਵੱਡਾ ਹੋ ਗਿਆ। ਭਾਵ ਭੀਮ ਚੰਦ ਦਾ ਹੰਕਾਰ ਬਹੁਤ ਵੱਧ ਗਿਆ ਹੈ। ਚਲੋ ਜੰਗ ਦੇ ਮੈਦਾਨ ਵਿੱਚ ਉਸ ਨੂੰ ਪ੍ਰਚੰਡ ਕਰੀਏ, ਕੱਟਣਾ ਕਰੀਏ, ਖਤਮ ਕਰੀਏ। ਇਨਕੇ ਸਮ ਕੋ ਨਾਹਨ ਆਛੀ ਲੋਕ ਪਰਲੋਕ ਸੁਖਦ ਬੜ ਬਾਛੀ। ਔਰ ਧਰਮ ਦੇ ਜੰਗ ਕਰਨ ਵਾਸਤੇ ਏਦੂ ਚੰਗੀ ਹੋਰ ਕੋਈ ਮੁਕਤੀ ਨਹੀਂ ਹੈ। ਜਿਉਂਦੇ ਰਹੇ ਤਾਂ ਲੋਕ ਦੇ ਵਿੱਚ ਆਨੰਦ ਮਾਣਾਂਗੇ, ਸ਼ਹੀਦ ਹੋ ਗਏ ਤਾਂ ਪਰਲੋਕ ਦੇ ਵਿੱਚ ਵੀ ਆਨੰਦ ਮਾਣਾਂਗੇ। ਫਿਰ ਭੈ ਜਗ ਮੈਂ ਖੜਗ ਪਲਹਾਰੋ ਸੁਮੁਖ ਥਿਰੋ ਸ਼ਸਤਰਨ ਗਨ ਮਾਰੋ। ਔਰ ਨਿਰਭੈ ਹੋ ਕੇ ਲੜਨਾ ਹੈ, ਪਿੱਛੇ ਪੈਰ ਨਹੀਂ ਪਾਉਣਾ, ਤਲਵਾਰ ਚਲਾਉਣੀ ਹੈ, ਸ਼ਸਤਰਾਂ ਦੇ ਨਾਲ ਦੁਸ਼ਮਣਾਂ ਦੇ ਟੋਟੇ ਟੋਟੇ ਕਰਨੇ ਆ, ਪਿੱਛੇ ਨਹੀਂ ਹਟਣਾਗਾ, ਸਨਮੁਖ ਹੋ ਕੇ ਲੜਨਾ ਸਾਰਿਆਂ ਨੇ। ਮਹਾਸ ਜਸ ਕੋ ਪ੍ਰਾਪਤ ਹੋ ਲੇਨ ਪਰ ਦਮਨ ਕੋ ਮਗ ਜੋਗ। ਪਰਮ ਪਦ ਹੁੰਦਾ ਹੈ ਗੁਰੂ ਪਿਆਰਿਓ ਮੁਕਤੀ। ਕਹਿੰਦੇ ਜੇ ਤੁਸੀਂ ਉਸ ਪਰਮ ਪਦਵੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ
ਤੇ ਅੱਜ ਉਹ ਮੌਕਾ ਆ ਗਿਆ ਹੈ। ਚਲੋ ਜੰਗ ਦੇ ਮੈਦਾਨ ਵਿੱਚ ਭੀਮ ਚੰਦ ਦਾ ਹੰਕਾਰ ਵੱਢੀਏ। ਸਮਤ ਘਾਣੇ ਤਪੈ ਤਪ ਭਾਰੇ, ਬਰਖਾ ਸੀਤ ਸੋਸਨ ਸਹਾਰੇ। ਔਰ ਜਿਹੜੀ ਤਪੱਸਿਆ ਕੀਤੀ ਹੈ ਹਜ਼ਾਰਾਂ ਸਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ 3.5 ਯੁੱਗ ਤਪੱਸਿਆ ਕੀਤੀ ਹੈ। ਜਿਹੜੀ ਚੰਡੀ ਦੀ ਵਾਰ ਦੇ ਵਿੱਚ ਕਥਾ ਲਿਖੀ ਹੈ ਨਾ, ਜਿਹੜਾ ਉਸ ਵੇਲੇ ਦੈਂਤਾਂ ਨੂੰ ਮਾਰਨ ਵਾਸਤੇ ਚੱਲਦਾ ਰਿਸ਼ੀ, ਉਹ ਵੀ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਹੀ ਸੀਗੇ। ਕਹੋ ਸਤਨਾਮ ਸ੍ਰੀ। ਜਦ ਦੁਸ਼ਟ ਦਮਨ ਨੇ ਉਹਨਾਂ ਦੈਂਤਾਂ ਦਾ ਖਾਤਮਾ ਕੀਤਾ ਤੇ ਵਾਪਸ ਆਪਣੇ ਗੁਰੂ ਪਿਤਾ ਕੋਲ ਗਿਆ, ਰਿਸ਼ੀ ਕੋਲ ਗਿਆ, ਤੇ ਉਹ ਰਿਸ਼ੀ ਗੁਰੂ ਤੇਗ ਬਹਾਦਰ ਸੀ ਉਸ ਜਾਮੇ ਵਿੱਚ ਵੀ। ਇਹ 3 ਜਾਮਿਆਂ ਤੋਂ ਪਿਤਾ ਪੁੱਤਰ ਬਣਦੇ ਆ ਰਹੇ ਆ। ਤੇ ਜਿਸ ਵੇਲੇ ਗੁਰੂ ਪਿਆਰਿਓ ਉਸ ਵੇਲੇ ਵਾਪਸ ਗਏ ਆਪਣੇ ਪਿਤਾ ਕੋਲ, ਪਿਤਾ ਜੀ ਹੁਣ ਕੀ ਹੁਕਮ ਹੈ? ਹੁਕਮ ਹੋਇਆ ਤਪ ਕਰ ਤਪ ਕਰ ਤਪ ਕਰ, ਬਹਿ ਜਾ ਸਿਮਰਨ 'ਚ ਬਹਿ ਜਾ, ਲੋੜ ਪਈ ਫਿਰ ਸੱਦਾਂਗੇ। ਕਹੋ ਸਤਨਾਮ। ਉਹ ਦੁਸ਼ਟ ਦਮਨ ਜੀ ਫਿਰ ਤਪੱਸਿਆ 'ਚ ਬੈਠ ਗਏ। ਤੇ ਆ ਜਦੋਂ ਔਰੰਗਜ਼ੇਬ ਦਾ ਸਮਾਂ ਆਇਆ, ਜ਼ੁਲਮ ਦਾ ਸਮਾਂ ਆਇਆ, ਫਿਰ ਅਕਾਲ ਪੁਰਖ ਨੇ ਨਿਗਾਹ ਮਾਰੀ ਬਈ ਹੁਣ ਇਸ ਨੂੰ ਕੌਣ ਖਤਮ ਕਰ ਸਕਦਾ ਹੈ, ਤੇ ਉਹਨਾਂ ਦਾ ਧਿਆਨ ਫਿਰ ਦੁਸ਼ਟ ਦਮਨ ਤੇ ਗਿਆ। ਕਹੋ ਸਤਨਾਮ ਸੀ। ਪਾਤਸ਼ਾਹ ਜੀ ਆਪਣੇ ਬਚਨ ਆਪ ਲਿਖਦੇ ਹਨ, हेमकुंट पर्वत है जहाँ सप्त श्रृंग शोभत है तहाँ, तह हम अधिक तपस्या साधी, महाकाल काल का आराधी। काल दा महाकाल परमेश्वर की आराधना की, करत तपस्या जब हम भयो दवै ते एक रूप हो गयो। सिखो मेरा उथों आउण नूं जी नहीं सी करदा, चेतना भयो हमरो आवन कै, चुभी रही सुरत प्रभ चरणन में। पर जिम तिम कह के प्रा मोह समझायो, इम कह के ए लोक बिठायो, जाए जहाँ ते धर्म बिथारो, दुष्ट दोखियन पकड़ पछारो। तांते समझ ले हो साधु सब मनमंग, याही काज धरा हम जन्मंग। सिखो इन्नी तपस्या ऐसे काम वास्ते कीती आ, जदों जदों जुल्म दा वाधा हुंदा है ते मैं उस नूं खत्म करन लई आउणा। यदै यदै धर्म गलियानी, कृष्ण जी अपनी गीता 'च लिखदे है, ਜਦੋਂ ਧਰਮ ਦੇ ਵਿੱਚ ਗਿਰਾਵਟ ਆਉਂਦੀ ਹੈ ਤਦੇ ਉਦੋਂ ਮੈਨੂੰ ਕੋਈ ਨਾ ਕੋਈ ਰੂਪ ਧਾਰ ਕੇ ਆਉਣਾ ਪੈਂਦਾ। ਔਰ ਸਮਝ ਲਿਓ ਸਾਧੂ ਸਭ ਮਨਮੰਗ, ਯਾਹੀ ਕਾਜ ਧਰਾ ਹਮ ਜਨਮੰਗ। ਧਰਮ ਚਲਾਵਣ ਸੰਤੀ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਆਪਾਂ ਦੁਸ਼ਟਾਂ ਦੀਆਂ ਜੜ੍ਹਾਂ ਪੱਟਣ ਲਈ ਆਏ ਹਾਂ, ਧਰਮ ਨੂੰ ਕਾਇਮ ਕਰਨਾ ਹੈ ਤੇ ਨਾਮ ਜਪਣ ਵਾਲਿਆਂ ਨੂੰ ਸਮਾਂ ਦੇਣਾ, ਉਹਨਾਂ ਦੀ ਰੱਖਿਆ ਕਰਨੀ ਆ। ਚਲੋ ਸਿੱਖੋ, ਮੈਂ ਜਿਹੜੀ ਤਪੱਸਿਆ ਕੀਤੀ ਹੈ ਇਸੇ ਕੰਮ ਦੇ ਲਈ ਹੀ ਕੀਤੀ ਆ। ਸੰਕਟ ਘਣੇ ਤਪੇ ਤਾਂ ਭਾਰੇ। ਸੰਕਟ ਸਿਆਲ ਦੇ ਵਿੱਚ ਵੀ ਤਪੱਸਿਆ 'ਚ ਬਹਿਣਾ, ਕੱਪੜੇ ਰਜਾਈਆਂ ਲੱਭਣਾ। ਜੰਗਲਾਂ 'ਚ ਕਿਹੜੀ ਰਜਾਈ ਲੱਭਦੀ ਆ? ਉਹਨੂੰ ਆਪਣੇ ਸਰੀਰ 'ਤੇ ਝੱਲਣਾ, ਗਰਮੀ ਵੀ ਝੱਲਣੀ, ਬਰਖ ਸੀਤ ਯਾਰੀ ਉਸ਼ਰ ਸਹਾਰੇ। ਮੀਂਹ ਉੱਤੇ ਪਏ, ਠੰਡ ਸਰੀਰ 'ਤੇ ਪਈ, ਗਰਮੀ ਸਰੀਰ ਨੇ ਝੱਲੀ। ਇਹ ਤਪੱਸਿਆ ਕਾਹਦੇ ਵਾਸਤੇ ਕੀਤੀ ਸੀ? ਇਹੋ ਜਿਹੇ ਦੁਸ਼ਟਾਂ ਦਾ ਨਾਸ ਕਰਨ ਲਈ। ਸੰਕਟ ਅਨਕ ਭਾਂਤ ਕੇ ਝਾਲੇ, ਸਭ ਜਗ ਸੁਖ ਤੇ ਬਣਾ ਨਿਰਾਲੇ। ਸੰਸਾਰ ਦੀਆਂ ਉਹਨਾਂ ਸਹੂਲਤਾਂ ਸੁੱਖਾਂ ਨੂੰ ਤਿਆਗ ਕਰਕੇ ਜਿੰਨੇ ਦੁੱਖ ਹਨ ਉਹ ਸਰੀਰ ਤੇ ਸੰਕਟ ਝੱਲਣੇ ਕੀਤੇ। ਉਹੀ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਰੇਸ਼ਮੀ ਗੱਦੀਆਂ ਤੇ ਆਰਾਮ ਕਰਦੇ ਹੈ। ਉਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਜੰਗਲ ਵਿੱਚ ਜਮਾਂ ਥੱਲੇ ਪਏ ਆ ਧਰਤੀ ਤੇ, ਕੰਡਿਆਲੀ ਤੇ। ਕਹੋ ਸਤਨਾਮ ਸੀ। ਔਰ ਉੱਥੇ ਪਏ ਵੀ ਕੀ ਕਹਿੰਦੇ ਹਨ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਤੂੰ ਨਾ ਵਿਸਰੀ। ਜੇ ਤੂੰ ਵਿਸਰ ਗਿਆ ਤੇ ਰਜਾਈਆਂ ਵੀ ਦੁਖਦਾਈ ਹੋ ਜਾਣਗੀਆਂ। ਕਹੋ ਸਤਨਾਮ ਸੀ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਜੇ ਨਾਮ ਨਹੀਂ ਜਪਦੇ ਤੇ ਰਜਾਈ ਵਿੱਚ ਪੈਣਾ ਵੀ ਸੱਪਾਂ ਕੋਲ ਪੈਣ ਦੇ ਬਰਾਬਰੀ ਆ। ਕਹੋ ਸਤਨਾਮ ਸੀ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਸੋਲ ਸੁਰਾਹੀ ਖੰਜਰ ਪਿਆਲਾ, ਅਲੋਕ ਮਸਤੀ ਦੇ ਵਿੱਚ ਸ਼ਰਾਬਾਂ ਪੀਂਦੇ ਆ ਪਿਆਲਿਆਂ 'ਚ ਪਾ ਕੇ। ਆ ਦੁਸ਼ਹਿਰਾ ਦੀਵਾਲੀ ਆਦਿ ਧਾਰਮਿਕ ਦਿਨ ਮਨਾਉਂਦੇ ਨਾ, ਇਹਨਾਂ ਵਿੱਚ ਵੀ ਬੱਕਰੇ ਵੱਢਦੇ ਆ ਤੇ ਸ਼ਰਾਬਾਂ ਪੀਂਦੇ ਆ। ਕਹੋ ਸਤਨਾਮ ਸੀ। ਪਾਤਸ਼ਾਹ ਕਹਿੰਦੇ, ਉਹ ਮੂਰਖੋ ਸੁਣ ਲਓ, ਇਹ ਸੁਰਾਹੀਆਂ ਤੇ ਪਿਆਲੇ ਖੰਜਰਾਂ ਵਰਸ਼ਿਆਂ ਦੀ ਤਰ੍ਹਾਂ ਹੈ। ਸੋਲ ਸੁਰਾਹੀ ਖੰਜਰ ਪਿਆਲਾ ਤੇ ਬਿੰਗ ਕਸਾਈਆਂ ਦਾ ਸਹਿਣਾ। ਤੇ ਕਸਾਈ ਜਿਵੇਂ ਕੋਹ ਬੱਕਰੇ ਨੂੰ ਮਾਰਦਾ ਸੀ, ਹੁਣ ਤਾਂ ਧੌਣ ਵੱਢਣ ਲੱਗ ਪਏ ਨਾ। ਪਹਿਲਾਂ ਅਣਜਾਣ ਲੋਕ ਉਸ ਨੂੰ, ਜੰਗਲੀ ਲੋਕ, ਆਦੀਵਾਸੀ ਲੋਕ ਬੱਕਰੇ ਜਾਨਵਰ ਮਾਰਨ ਵਾਸਤੇ ਉਹਨਾਂ ਦੀ ਬੱਖੀ ਦੇ ਵਿੱਚ ਕੁਝ ਖਵਾਉਂਦੇ ਸੀਗੇ।
ਵੀ ਮਰ ਜੇ, ਪਤਾ ਨਹੀਂ ਸੀ ਵੀ ਧੌਣ ਵੱਢ ਕੇ ਛੇਤੀ ਮਰਦਾ। ਕੋ ਸਤਨਾਮ ਸੀ, ਉਹਨੂੰ ਕਹਿੰਦੀ ਹੈ ਕੋਹ ਕੇ ਮਾਰਨਾ। ਤਾਂ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਡੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਕਹਿੰਦੇ ਖੇੜਿਆਂ ਦਾ ਭਾਵ ਆਨੰਦਪੁਰ ਸਾਹਿਬ, ਖੇੜਾ ਸੀ, ਆਨੰਦ ਸੀ, ਬਖਸ਼ਾਂ ਸੀ ਉੱਥੇ ਸਾਰੀਆਂ। ਪਰ ਕੋਈ ਗੱਲ ਨਹੀਂ, ਅੱਜ ਮੈਂ ਖੂਹ 'ਤੇ ਪਿਆ, ਇੱਕ ਥੱਲੇ ਧਰਤੀ 'ਤੇ ਪਿਆ, ਕੋਈ ਗੱਲ ਨਹੀਂ, ਪਰ ਤੂੰ ਨਾ ਵਿਸਰੀ, ਸਮਾਨ ਵਿਸਰ ਗਿਆ ਤੇ ਕੋਈ ਗੱਲ ਨਹੀਂ। ਕੋ ਸਤਨਾਮ। ਪੈਰਾਂ ਵਿੱਚ ਜੁੱਤੀ ਵੀ ਨਹੀਂ ਹੈ, ਘੋੜਾ ਵੀ ਨਹੀਂ ਹੈ, ਸਿਰ 'ਤੇ ਕਲੰਗੀ ਵੀ ਨਹੀਂ ਹੈ, ਔਰ ਸਿੰਘ ਵੀ ਅੱਜ ਨਾਲ ਨਹੀਂ ਹੈ, ਇਕੱਲੇ ਹੀ ਗੁਰੂ ਪਿਆਰਿਓ ਇੱਕ ਟੁੱਟੀ ਹੋਈ ਟਿੰਡ ਦਾ ਸਰਾਣਾ ਲਾ ਕੇ ਪਏ ਪਰਮੇਸ਼ਰ ਦਾ ਸ਼ੁਕਰੀਆ ਕਰਦੇ ਆ। ਤੇ ਅੱਜ ਉਹ ਗੱਲ ਦੱਸਦੇ ਆ, ਕਹਿੰਦੇ ਸਿੰਘੋ ਜਿਹੜੀ ਮੈਂ 3.5 ਯੁੱਗ ਤਪੱਸਿਆ ਕੀਤੀ ਆ ਨਾ, ਉਹ ਇਹਨਾਂ ਜ਼ੁਲਮਾਂ ਦਾ ਨਾਸ਼ ਕਰਨ ਵਾਸਤੇ ਕੀਤੀ ਆ। ਤੁਸੀਂ ਕੀ ਸਮਝਦੇ ਹੋ? ਚਲੋ ਜਿਹੜੇ ਸੰਕਟ ਸਰੀਰ ਤੇ ਝੱਲੇ ਹਨ ਉਹਨਾਂ ਦੇ ਲਈ ਤਿਨ ਕੋ ਭੀ ਦੁਰਲਭ ਪਦ ਜੋਏ, ਕਰਾ ਜਤਨ ਜੋਗੀ ਚਾਹ ਸੋਏ। ਔਰ ਜਿਹੜੀਆਂ ਤਪ ਕਰਨੇ, ਜਲ ਧਾਰੇ ਕਰਨੇ, ਪੁੱਠੇ ਸਿੱਧੇ ਲਮਕਣਾ ਜੋਗੀ ਕਾਹਦੇ ਵਾਸਤੇ ਕਰਦੇ ਆ? ਇਸੇ ਪਰਮ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ, ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ, ਪਰਮੇਸ਼ਰ ਨੂੰ ਮਿਲਣ ਵਾਸਤੇ, ਪਰ ਉਹਨਾਂ ਨੂੰ ਮਿਲਦੀ ਨਹੀਂ। ਆਓ ਤੁਹਾਨੂੰ ਮੈਂ ਜੰਗ ਦੇ ਮੈਦਾਨ ਵਿੱਚ ਸਹਿਜੇ ਦੇਵਾਂਗਾ। ਰਨ ਮੈਂ ਮਿਤਰਿਓ ਹੋਏ ਸੋ ਪਾਪ, ਏਕ ਪਲਕ ਮੈਂ ਤਹਾਂ ਸਿਧਾਪ। ਆਓ ਜੰਗ ਦੇ ਮੈਦਾਨ ਵਿੱਚ ਜਦ ਅਸੀਂ ਦੁਸ਼ਮਣਾਂ ਨੂੰ ਮਾਰਾਂਗੇ, ਇੱਕ ਪਲ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚਾਂਗੇ। ਜੋ ਅਬ ਲਰਹਿ ਮਰੈ ਸਹਿ ਕਾਮੀ, ਸੋ ਤੁਰ ਨਹਵੈ ਸੁਰਪੁਰਗਾਮੀ। ਜੇ ਕੋਈ ਭਾਵਨਾ ਰੱਖ ਕੇ, ਕਾਮਨਾ, ਇੱਛਾ ਰੱਖ ਕੇ ਜੰਗ ਵਿੱਚ ਲੜੇਗਾ ਤੇ ਉਹ ਤੁਰੰਤ ਹੀ ਸੁਰਪੁਰੀ ਸਵਰਗਾਂ ਦਾ ਵਾਸੀ ਹੋਵੇਗਾ, ਸੁੱਖਾਂ ਨੂੰ ਪ੍ਰਾਪਤ ਕਰੇਗਾ। ਰਹਿ ਕੇ ਸੁਖ ਭੋਗੈ ਚਿਤ ਕਹੈ, ਆਦ ਅਪਸਰਾ ਜੀਤ ਕਯਹ। ਉਹਨੂੰ ਸਾਰੇ ਸੁੱਖ ਮਿਲਣਗੇ। ਜੇ ਕੋਈ ਭਾਵਨਾ, ਕਾਮਨਾ ਧਰ ਕੇ ਲੜੇਗਾ, ਉਹਦੀ ਕਾਮਨਾ ਪੂਰੀ ਹੋਵੇਗੀ। ਜੇ ਸ਼ਹੀਦ ਹੋ ਗਿਆ ਤੇ ਸਵਰਗਾਂ ਦੇ ਵਿੱਚ ਆਨੰਦ ਭਾਗੇ ਭੋਗੇਗਾ। ਹੁਣ ਅਵਰਣੀ ਪਰ ਹੋਏ ਹੈ ਰਾਜੇ, ਸਭ ਸੁਖ ਭੋਗਾ ਉਹਦਾ ਸਮਾਧੇ। ਸਵਰਗਾਂ ਦੇ ਵਿੱਚੋਂ ਜਦ ਦੁਬਾਰਾ ਉਹਦਾ ਜਨਮ ਦੁਨੀਆ 'ਚ ਹੋਵੇਗਾ ਤਾਂ ਰਾਜਕੁਮਾਰ ਬਣ ਕੇ ਆਵੇਗਾ, ਕਿਸੇ ਰਾਜੇ ਦੇ ਘਰੇ ਪੈਦਾ ਹੋਵੇਗਾ, ਧਰਤੀ ਦੇ ਉੱਤੇ ਰਾਜ ਭੋਗੇਗਾ। ਜਿਵੇਂ 7ਵੇਂ ਪਾਤਸ਼ਾਹ ਜੀ ਨੇ ਕਾਲੇ ਖਾਂ ਦੇ ਭਤੀਜਿਆਂ ਨੂੰ, ਆਹ ਕੈਪਟਨ ਦੇ ਵੱਡਿਆਂ ਨੂੰ ਵਰ ਦਿੱਤੇ ਸਨ। ਵੋਈ ਉਹ ਕਾਲੇ ਖਾਂ ਇਹ ਕੀ ਮੰਗਦੇ ਆ? ਢਿੱਡ ਵਜਾਉਂਦੇ ਐ। ਕਹਿੰਦੇ ਜੀ ਗੁਰੂ ਘਰ 'ਚੋਂ ਕੁਛ ਮੰਗਦੇ ਐ। ਕਹਿੰਦੇ ਇਹ ਤਾਂ ਰਾਜੇ ਹੋਣਗੇ। ਆਓ ਸਿੰਘੋ ਜੰਗ ਦੇ ਮੈਦਾਨ ਵਿੱਚ ਸ਼ਹੀਦੀਆਂ ਪਾ ਗਏ ਤੇ ਮਾਤ ਲੋਕ ਦੇ ਰਾਜੇ ਬਣਾ ਦਿਆਂਗਾ ਤੁਹਾਨੂੰ। ਤੇ ਜੇ ਤੁਸੀਂ ਜਿਉਂਦੇ ਰਹੇ ਤਾਂ ਹੁਣ ਵੀ ਆਨੰਦ ਮਾਣੋਗੇ। ਮੇਰੀ ਸਿੱਖੀ ਬਹੁਰ ਕਮਾਏ, ਮਿਲਾਇਆਨ ਮੁਝ ਆਨੰਦ ਪਾਏ। ਔਰ ਮਾਤ ਲੋਕ ਦੇ ਵਿੱਚ ਫੇਰ ਮਨੁੱਖਾ ਜਾਮਾ ਲੈਣਗੇ, ਮੇਰੀ ਸਿੱਖੀ ਨੂੰ ਕਮਾ ਕੇ ਫਿਰ ਮੇਰੇ ਕੋਲ ਆਉਣਗੇ। ਜੋ ਨਿਸਕਾਮੀ ਜੰਗ ਮਝਾਰਾ, ਮਾਰਹਿ ਗਹੇ ਹਥਿਆਰਾ। ਜਿਹੜਾ ਨਿਸ਼ਕਾਮ ਭਾਵਨਾ ਨਾਲ ਲੜੇਗਾ, ਮਰੇਗਾ, ਮਾਰੇਗਾ, ਜੰਗ ਦੇ ਮੈਦਾਨ ਵਿੱਚ ਡਰੇਗਾ ਨਹੀਂ। ਸੋ ਨਾਮ ਸੰਗ ਸਦਾ ਹੀ ਰਹੈ, ਪਦ ਜੋਗੀਨ ਜੋ ਦੁਰਲਭ ਯਹ। ਜਿਹੜਾ ਜੋਗੀਆਂ, ਸਾਧੂਆਂ, ਰਿਸ਼ੀਆਂ, ਮੁਨੀਆਂ ਨੂੰ ਪਦਵੀ ਨਹੀਂ ਮਿਲਦੀ, ਉਹ ਪਦਵੀ ਉਹਨਾਂ ਨੂੰ ਮਿਲੇਗੀ। ਉਹ ਹਮੇਸ਼ਾ ਮੇਰੇ ਨਾਲ ਰਹਿਣਗੇ ਜੀ। ਆਗਾ ਲਖੋ ਜੋ ਛਤਰੀ ਭਏ, ਰਣ ਮੈਂ ਮਰੇ ਸੁਰਗ ਸਭ ਗਏ। ਔਰ ਤੁਹਾਨੂੰ ਪਤਾ ਹੈ ਪਹਿਲਾਂ ਵੀ ਜਿਨ੍ਹਾਂ ਛਤਰੀਆਂ ਨੇ ਜੰਗ ਕੀਤੇ, ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਕੇ ਸਵਰਗਾਂ ਨੂੰ ਗਏ। ਸਕੇ ਨਹੀਂ ਜਗ ਮਹਿ ਕਥਾ, ਜੋਧੇ ਕੋ ਪ੍ਰਾਪਤ ਸੁਖ ਜਥਾ। ਔਰ ਇਹ ਗੱਲ ਜਿਹੜੀ ਹੈ ਕੋਈ ਛੁਪੀ ਹੋਈ ਨਹੀਂ ਹੈ। ਜਿਹੜਾ ਹੈ ਸੰਸਾਰ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਇੱਦਾਂ ਦੇ ਜੰਗ ਹੋਏ ਨੇ, ਔਰ ਜਿਨ੍ਹਾਂ ਨੇ ਕਾਮਨਾ ਨਾਲ ਜੰਗ ਕੀਤੇ ਉਹ ਰਾਜੇ ਬਣੇ, ਤੇ ਜਿਨ੍ਹਾਂ ਨੇ ਨਿਸ਼ਕਾਮ ਨਾਲ ਜੰਗ ਕੀਤੇ ਉਹ ਫੇਰ ਪਰਮੇਸ਼ਰ ਦੇ ਚਰਨਾਂ ਵਿੱਚ ਸਮਾ ਗਏ ਸਦਾ ਸਦਾ ਲਈ। ਮਨ ਮੈਂ ਤੁਮਰੇ ਸੰਗ ਸਹਾਈ, ਲੋਕ ਪਰਲੋਕ
जहाँ कह जा ਜਿੱਥੇ ਵੀ ਤੁਸੀਂ ਜਾਓਗੇ ਮੈਂ ਹਰ ਵੇਲੇ ਤੁਹਾਡੇ ਨਾਲ ਹੋਵਾਂਗਾ। इति आदिक उपदेशक स्वामी भयो खालसा संगर कामी। ਇਸ ਤਰ੍ਹਾਂ ਗੁਰੂ ਪਿਆਰੋ ਪਾਤਸ਼ਾਹ ਜੀ ਨੇ ਫੌਜਾਂ ਨੂੰ ਤਿਆਰ ਕੀਤਾ, ਉਪਦੇਸ਼ ਦੇ ਕੇ, ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਦੇ ਕੇ, ਗਾਈਡ ਕਰਕੇ ਫੌਜਾਂ ਲੜਨ ਲਈ ਤਿਆਰ ਹੋ ਗਈਆਂ। ਹੁਣ ਕਿਵੇਂ ਗੁਰੂ ਕੀਆਂ ਫੌਜਾਂ ਤਿਆਰ ਹੋ ਕੇ ਭੀਮ ਚੰਦ ਰਾਜਿਆਂ ਦਾ ਮੁਕਾਬਲਾ ਕਰਕੇ ਇਹਨਾਂ ਦਾ ਖਾਤਮਾ ਕਰਦੀਆਂ, ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਂ ਜਿਹੜਾ ਆਪਣਾ 4:30 ਤੋਂ 5:15 ਤੱਕ ਕਰ ਦਿੱਤਾ ਗਿਆ, ਕਿਉਂਕਿ ਰਹਿ ਰਸ ਲੇਟ ਹੋ ਜਾਂਦੀ ਹੈ, ਇਸ ਕਰਕੇ ਸਮੇਂ 'ਚ ਸਹੀ 4:30 ਵਜੇ ਪਹੁੰਚ ਜਿਆ ਕਰੋ। ਬਹੁਤ ਬਹੁਤ ਧੰਨਵਾਦ। ਹੁਣ ਵਿਚਾਰਾਂ ਇੱਥੇ ਹੀ ਰੋਕਦੇ ਹਾਂ, ਸਮਾਪਤੀ ਕਰੀਏ ਜੀ। हे अच्युत हे पार ब्रह्म अविनाशी अग, हे पूरन हे सर्व मैं, हे संगी हे निरंकार, हे निर्गुण सब, हे गोबिंद हे गुण निधान, हे अपरंपर हर हरे है पियोवन, हे संत कै सदा संग, हे ठाकुर हों दासरो मैं निर्गुण गुण नहीं, नानक दीजै नाम दान, आए प्रभु शरणागति कृपा निध, एक अखर हर मन बसत, एक ओंकार सतगुरु, वाहिगुरु जी की फतेह है, वाहिगुरु जी की फतेह है। वाहिगुरु जी का खालसा, वाहिगुरु जी की फतेह।